अकाल मूरत अजूनी सैभं गुर प्रसाद। जप आदि सच जुगाद सच है भी सच, नानक होसी भी सच। जपो जी सारे। आदि सच जुगाद है भी सच, नानक होसी भी सच। फिर जपो जी सारे। आदि सच जुगाद नानक होसी भी सच। दंडोत बंदन अनेक बार, दंडोत बंदन अनेक बार, सर्व कला समरथ सर्व कला समरथ। डोलन ते राखो प्रभु, डोलन ते राखो प्रभु, नानक दे कर हथ। डोलन ते राखो प्रभु, नानक दे कर हथ। एक मन पुरख ध्याए वरदाता, संत सहार सदा बिख्याता। तास चरण लै हृदय बसाऊं, तो परम गुरु नानक गुण गाऊं। तास चरण लै हृदय बसाऊं, तो परम गुरु नानक गुण गाऊं। वाहिगुरू जी का खालसा वाहिगुरू जी की फतेह। गाजीबाई के फतेह बुलाओ जी। वाहिगुरू जी का खालसा वाहिगुरू जी की फतेह। अमृत वेले का दीवान और आप जी ਸਾਹਿਬ ਦੀ ਬਾਰਗਾਹ ਇਨਾਇਤ ਵਿੱਚ ਜੁੜੇ ਹੈਗੇ ਹੋ, ਜੁੜ ਰਹੇ ਹੈਗੇ ਹੋ। ਧੰਨਤਾਯੋਗ ਹੋ, ਸਤਿਕਾਰਯੋਗ ਹੋ। ਅੰਮ੍ਰਿਤ ਵੇਲੇ ਤੋਂ ਹੀ ਸਾਹਿਬ ਦਾ ਪੈਗਾਮ ਹੈਗਾ ਆਪਣੇ ਸਿੱਖ ਵਾਸਤੇ। ਵਰਨ ਉਪਦੇਸ਼ ਤੇ ਸਾਰਿਆਂ ਲਈ ਸਾਂਝਾ ਹੈ, ਸਾਰੀ ਮਨੁੱਖਤਾ ਲਈ ਇੱਕ ਸਾਂਝਾ ਉਪਦੇਸ਼ ਹੈ ਵੀ ਅੰਮ੍ਰਿਤ ਵੇਲੇ ਤੋਂ ਹੀ ਅੰਮ੍ਰਿਤਮਈ ਵਿਚਾਰ ਆਰੰਭ ਕਰੀਏ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਇੱਕੋ ਥੋੜ੍ਹੀ ਜਿਹੀ ਬੰਦ ਕਰਾ, ਇੱਕੋ ਬੰਦ ਕਰ। ਆਖੋ ਸਤਨਾਮ। ਅੰਮ੍ਰਿਤ ਵੇਲੇ ਤੋਂ ਵਿਚਾਰ ਆਰੰਭ। ਕਿਸ ਦੀ ਵਿਚਾਰ ਕਰਨੀ ਹੈ, ਇਸ ਬਾਰੇ ਵੀ ਸਾਹਿਬ ਨੇ ਬਖਸ਼ੀ ਕੀਤਾ ਵੱਡੇ ਦੀਆਂ ਵਡਿਆਈਆਂ। ਵਿਚਾਰ ਕਿਸੇ ਮਨੁੱਖ ਦੀ ਨਹੀਂ, ਕਿਸੇ ਸੰਸਾਰ ਦੇ ਕਿਸੇ ਪਦਾਰਥ ਦੀ ਵਿਚਾਰ ਨਹੀਂ। ਵਿਚਾਰ ਕਰਨੀ ਹੈ ਕੇਵਲ ਨਿਰੰਕਾਰ ਦੀ। ਅਸੀਂ ਜਿੱਦੇ ਹੁਕਮ ਦੇ ਵਿੱਚ ਆਏ ਹਾਂ, ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ। ਜੇ ਮੇਰੇ ਮਾਲਕ ਨੂੰ ਕਿਤੇ ਚੰਗਾ ਲੱਗ ਗਿਆ ਤਾਂ ਫਿਰ ਉਹ ਆਪਣਾ ਹੁਕਮ ਸਾਡੇ ਕੋਲੋਂ ਮਨਵਾਏਗਾ। ਭਾਈ ਸਾਹਿਬ ਨੇ ਉਹਨੇ ਸ਼ਬਦ ਪੜ੍ਹਿਆ ਸੀ, 10 ਬਸਤੂਲੇ ਪਾਛੇ ਪਾਵੇ, ਏਕ ਬਸਤ ਕਾਰਨ ਬਿਖੋਟ ਗਵਾਵੇ। ਜੋ ਗੁਰੂ ਸਾਹਿਬ ਬਖਸ਼ਿਸ਼ ਕਰਨ, ਤੁਛ ਬੁੱਧੀ ਅਨੁਸਾਰ ਆਪ ਜੀ ਦੇ ਅੱਗੇ ਵਿਚਾਰ ਆਰੰਭ ਕਰਾਂ। ਜਿੰਨੇ ਆਪ ਬੈਠੇ ਹੈਗੇ ਆਪਣੇ ਭੱਜਦੇ ਦੌੜਦੇ ਵਿਚਾਰਾਂ ਨਾਲ ਭਰੇ ਹੋਏ ਮਨ ਨੂੰ ਗੁਰੂ ਕੇ ਸ਼ਬਦ ਵੀ ਟਿਕਾਣ ਵਾਸਤੇ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ। ਗੱਜ ਕੇ ਆਖੋ ਜੀ, ਸਤਿਨਾਮ ਸ਼੍ਰੀ। ਸਤਿਨਾਮ ਸ਼੍ਰੀ ਵਾਹਿਗੁਰੂ। ਜੋ ਮਨੁੱਖ ਗੁਰੂ ਘਰ ਆ ਰਿਹਾ ਹੈ,
ਤੇ ਵੱਡੇ ਸਤਿਗੁਰ ਨੇ ਸਾਰਿਆਂ ਦੀ ਨਬਜ਼ ਟਟੋਲ ਕੇ ਫੜ ਕੇ, ਕਿਉਂਕਿ ਸਤਿਗੁਰ ਪੂਰਾ ਵੈਦ ਹੈ ਨਾ, ਤੇ ਪੂਰੇ ਵੈਦ ਨੇ ਨਬਜ਼ ਟਟੋਲ ਕੇ ਹਰ ਆਉਣ ਵਾਲੇ ਦੀ ਮਾਨਸਿਕ ਅਵਸਥਾ ਪ੍ਰਗਟ ਕੀਤੀ ਹੈਗੀ। ਵੀ ਜੋ ਵੀ ਇੱਥੇ ਆ ਰਿਹਾ, ਹਰੇਕ ਦੀ ਕੋਈ ਨਾ ਕੋਈ ਮੰਗ ਹੈ, ਕੋਈ ਨਾ ਕੋਈ ਮੰਗ ਲੈ ਕੇ ਹੀ ਹਰ ਮਨੁੱਖ ਇੱਥੇ ਆ ਰਿਹਾ, ਕੋਈ ਨਾ ਕੋਈ ਮੰਗ ਲੈ ਕੇ। ਹੁਣ ਕੀ ਹੈ, ਅਸੀਂ ਮੰਗਾਂ ਦੇ ਮਾਰੇ ਗੁਰਦੁਆਰੇ ਆਏ ਹਾਂ ਕੁਛ ਨਾ ਕੁਛ ਮੰਗਣ ਵਾਸਤੇ। ਕਿਉਂ ਮੰਗ ਰਹੇ ਹਾਂ? ਕਿਉਂਕਿ ਬਚਪਨ ਤੋਂ ਲੈ ਕੇ ਜਵਾਨੀ ਧਿਆਨ ਦੇਣਾ, ਸਾਨੂੰ ਇਸ ਤਰ੍ਹਾਂ ਦੀ ਸਿੱਖਿਆ ਦਿਖਿਆ ਮਿਲੀ ਹੈਗੀ ਵੀ ਜੋ ਚਾਹੀਦਾ ਤੁਹਾਨੂੰ ਆ ਕੇ ਫਰਿਆਦ ਕਰੋ, ਤੁਹਾਨੂੰ ਗੁਰੂ ਦੇਗਾ। ਔਰ ਕਲਗੀਧਰ ਪਾਤਸ਼ਾਹ ਨੇ ਤੇ ਐਲਾਨੀਆਂ ਹੀ ਕਿਹਾ ਹੈ ਇਹ ਗੱਲ ਵੀ ਤੁਮਹੇ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂੰ, ਗੱਜ ਕੇ ਬੋਲੋ, ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਐ ਮੇਰੇ ਵਾਹਿਗੁਰੂ, ਮੈਨੂੰ ਕੁਛ ਚਾਹੀਦਾ, ਮੈਂ ਕਿਧਰੋਂ ਹੋਰ ਨਹੀਂ ਮੰਗਣਾ। ਤੇਰੇ ਅੱਗੇ ਸਜਦਾ ਕਰ ਰਿਹਾ, ਤੇਰੇ ਅੱਗੇ ਮੱਥਾ ਟੇਕ ਰਿਹਾ, ਤੇਰੇ ਕੋਲੋਂ ਹੀ ਮੰਗਣਾ, ਕਿਸੇ ਕੋਲੋਂ ਨਹੀਂ ਮੰਗਣਾ, ਤੇਰੇ ਕੋਲੋਂ ਮੰਗਣਾ। ਅਸੀਂ ਆਏ ਹਾਂ ਗੁਰਦੁਆਰੇ, ਸਾਡੀ ਕੋਈ ਜੀਵਨ ਦੀ ਮਨੋਰਥ ਹੈ, ਕੋਈ ਮੰਗ ਹੈ, ਕੋਈ ਮੰਗ ਹੈ। ਉਸ ਮੰਗ ਨੂੰ ਮੁੱਖ ਰੱਖ ਕੇ ਅਸੀਂ ਗੁਰਦੁਆਰੇ ਆਏ ਹਾਂ। ਇਹ ਗੁਰੂ ਕਹਿ ਰਹੇ, ਮੈਂ ਨਹੀਂ ਕਹਿ ਰਿਹਾ, ਗੁਰੂ ਕਹਿ ਰਹੇ। ਜਦ ਕਿ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਦੇਖੋ ਧਿਆਨ ਨਾਲ, ਮੰਗ ਕਿੱਥੋਂ ਪੈਦਾ ਹੋਈ? ਮਨ ਦੇ ਵਿੱਚੋਂ। ਮੰਗ ਦਾ ਮੂਲ ਕਾਰਨ ਕੀ ਹੈ? ਸਾਡੇ ਮਨ ਨੇ ਸਾਨੂੰ ਹੁਕਮ ਦਿੱਤਾ ਵੀ ਇਹ ਚੀਜ਼ ਚਾਹੀਦੀ ਹੈ, ਜੀਵਨ ਦੇ ਵਿੱਚ ਇਸ ਪਦਾਰਥ ਦੀ ਘਾਟ ਹੈ, ਇਹ ਚਾਹੀਦਾ। ਹੁਣ ਮਨ ਹੀ ਕਿਉਂ ਸਾਨੂੰ ਕਹਿੰਦਾ ਹੈ? ਬਸ ਇਹਦੇ ਉੱਤੇ ਥੋੜ੍ਹਾ ਜਿਹਾ ਧਿਆਨ ਦੇਣਾ। ਮੈਂ ਲਗਭਗ ਕੋਈ 15 ਦਿਨ ਕਥਾ ਕੀਤੀ ਹੈਗੀ ਇੱਥੇ ਗੁਰਦੁਆਰਾ ਪੌੜੀਆਂ ਦੇ। ਉੱਥੇ ਇੱਕ ਦਿਨ ਇੱਕ ਦੀਵਾਨ ਦੇ ਵਿੱਚ ਇਹ ਵਿਚਾਰ ਰੱਖੀ ਸੀ ਕਿ ਬਈ ਇਹ ਜਿਹੜਾ ਮਨ ਹੈ ਸਾਡਾ, ਸਾਰੇ ਕਾਰਜ ਇਸ ਮਨ ਦੇ ਅਧੀਨ ਹੀ ਮਨੁੱਖ ਕਰਦਾ ਹੈ। ਸਾਰੇ ਕਾਰਜ ਜੋ ਅੱਜ ਤੱਕ ਅਸੀਂ ਬਚਪਨ ਤੋਂ ਲੈ ਕੇ ਜਵਾਨੀ, ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਜੋ ਵੀ ਕੰਮ ਕੀਤਾ ਹੈ, ਆਪਣੇ ਮਨ ਦੇ ਹੁਕਮ ਦੇ ਵਿੱਚ ਕਰ ਰਹੇ ਹਾਂ। ਮਨ ਦੇ ਹੁਕਮ ਵਿੱਚ ਕਿਸ ਤਰ੍ਹਾਂ? ਤੁਸੀਂ ਗੁਰਦੁਆਰੇ ਆਏ ਹੋ, ਤੁਸੀਂ ਗੁਰਦੁਆਰੇ ਆਏ ਹੋ, ਇਹ ਵੀ ਮਨ ਦਾ ਹੁਕਮ ਹੋਇਆ ਬਈ ਚਲੋ ਗੁਰੂ ਘਰ ਚੱਲੀਏ। ਇਹਨੂੰ ਮੈਂ ਇੱਕ ਦ੍ਰਿਸ਼ਟਾਂਤ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰਾਂਗਾ। ਆਮ ਤੌਰ 'ਤੇ ਸਾਹਿਤਿਕ ਜਗਤ ਨੇ, ਹਿੰਦੀ ਸਾਹਿਤਿਕ ਜਗਤ ਨੇ ਇਨਸਾਨ ਦੇ ਅਰਥ ਕੀਤੇ ਨੇ। ਧਿਆਨ ਦੇਣਾ, ਅਰਥ। ਉਹ ਅਰਥ ਨੇ ਮਨੁਸ਼ਯ। ਮਨੁਸ਼ਯ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ, ਮਨ ਜਮਾ ਸ਼ਿਸ਼। ਮਨ ਜਮਾ ਸ਼ਿਸ਼, ਯਾਨੀ ਕਿ ਮਨ ਗੁਰੂ ਹੈ, ਇਹ ਕਾਇਆ ਇਹਦੀ ਸ਼ਿਸ਼ ਹੈਗੀ। ਕਿਸ ਤਰ੍ਹਾਂ? ਮਨ ਗੁਰੂ ਹੈ ਔਰ ਕਾਇਆ ਇਹਦਾ ਹੁਕਮ ਮੰਨਦੀ ਹੈ। ਇਹ ਦੋ ਅੱਖਾਂ, ਇਹ ਦੋ ਕੰਨ, ਜ਼ੁਬਾਨ, ਹੱਥ, ਪੈਰ ਸਭ ਮਨ ਦੇ ਹੁਕਮ ਵਿੱਚ ਚੱਲਦੇ। ਜਿਸ ਤਰ੍ਹਾਂ ਮੇਰਾ ਮਨ ਹੁਕਮ ਕਰਦਾ ਹੈ, ਇਹ ਉਸੇ ਤਰ੍ਹਾਂ ਫੋਲੋ ਕਰਦੇ। ਜਿਸ ਤਰ੍ਹਾਂ ਮੇਰੇ ਮਨ ਨੇ ਆਖਿਆ, ਇਹ ਕਰਮ ਇੰਦਰੇ ਔਰ ਗਿਆਨ ਇੰਦਰੇ ਬਿਲਕੁਲ ਉਹੀ ਕਰਮ ਕਰਦੇ ਨੇ, ਉਹੀ ਹੁਕਮ ਮੰਨਦੇ ਨੇ ਜੋ ਮਨ ਨੇ ਕਰ ਦਿੱਤਾ ਹੈ। ਜੀ ਹਜੂਰ ਕਰਕੇ ਮੰਨਦੇ ਨੇ। ਕਿਸ ਤਰ੍ਹਾਂ? ਜਿਸ ਤਰ੍ਹਾਂ ਇੱਕ ਬੱਸ ਦੇ ਵਿੱਚ 50 ਸਵਾਰੀਆਂ ਅਗਰ ਬੈਠ ਸਕਦੀਆਂ ਹੋਣ, ਧਿਆਨ ਦੇਣਾ, ਇੱਕ ਬੱਸ ਦੇ ਵਿੱਚ 50 ਸਵਾਰੀਆਂ ਬੈਠ ਸਕਦੀਆਂ ਨੇ, 50 ਸਵਾਰੀਆਂ ਸਫ਼ਰ ਦਾ ਆਨੰਦ ਮਾਣ ਸਕਦੀਆਂ ਨੇ, 50 ਸਵਾਰੀਆਂ ਜਿਹੜੇ ਨਜ਼ਾਰੇ ਦਿਖਾਈ ਜਾ ਰਹੇ ਨੇ ਰਾਹ ਦੇ ਵਿੱਚ, ਉਹ ਆਲੇ ਦੁਆਲੇ ਬੈਠ ਕੇ ਦੇਖ ਸਕਦੇ ਨੇ। ਮਗਰ 50 ਸਵਾਰੀਆਂ ਮਿਲ ਕੇ ਬੱਸ ਨਹੀਂ ਚਲਾ ਸਕਦੀਆਂ। ਬੱਸ ਕੇਵਲ ਚਲਾਏਗਾ ਡਰਾਈਵਰ। ਡਰਾਈਵਰ ਦੇ ਹੱਥ ਦੇ ਵਿੱਚ ਕੰਟਰੋਲ ਹੈ, ਡਰਾਈਵਰ ਦੇ ਹੱਥ ਦੇ ਵਿੱਚ ਸਾਰੇ ਸਿਸਟਮ ਹੈਗਾ, ਐਕਸੀਲੇਟਰ ਹੈਗਾ, ਬ੍ਰੇਕ ਹੈਗੇ ਨੇ, ਕਲਚ ਹੈ, ਸਟੀਅਰਿੰਗ ਹੈ, ਸਭ ਕੁਝ ਡਰਾਈਵਰ ਦੇ ਹੱਥ 'ਚ। ਡਰਾਈਵਰ ਜਿੱਧਰ ਚਾਹੇਗਾ ਗੱਡੀ ਮੋੜੇਗਾ, ਜਿੱਧਰ ਨਹੀਂ ਚਾਹੇਗਾ ਉੱਧਰ ਨਹੀਂ ਮੋੜੇਗਾ। ਠੀਕ ਇਸੀ ਤਰੀਕੇ ਇਹ ਸਾਡੀ ਕਾਇਆ ਰੂਪੀ ਗੱਡੀ, ਇਹ ਸਰੀਰ ਰੂਪੀ ਗੱਡੀ ਦਾ ਡਰਾਈਵਰ ਵੀ ਮਨ ਹੈਗਾ। ਇਹ ਮਨ ਜਿਹੜੇ ਪਾਸੇ ਚਾਹੁੰਦਾ ਹੈ ਉਸ ਪਾਸੇ ਜੀਵਨ ਦੀ ਗੱਡੀ ਨੂੰ ਮੋੜ ਲੈਂਦਾ ਹੈ। ਜਿਹੜੇ ਚੀਜ਼ ਦੇ ਵਿੱਚ ਇਹਨੂੰ ਰੁਚੀ ਆਉਂਦਾ ਹੈ, ਜਿਹੜਾ ਚੀਜ਼ ਇਹਨੂੰ ਚੰਗੀ ਲੱਗਦੀ ਹੈ, ਸਾਡੇ ਕਰਮ ਇੰਦਰੇ, ਗਿਆਨ ਇੰਦਰੇ ਜੀ ਹਜੂਰ ਕਰਕੇ ਹੁਕਮ ਮੰਨਦੇ ਨੇ। ਜੀ ਹਜੂਰ ਕਰਕੇ ਹੁਕਮ ਮੰਨਦੇ ਨੇ। ਬੜੇ ਆਰਾਮ ਨਾਲ, ਬੜੇ ਇਤਮਾਨਾਨ ਨਾਲ, ਬੜੇ ਠਰਮੇ ਨਾਲ ਹੁਕਮ ਮੰਨਦੇ ਨੇ, ਬੀਬੇ ਬੱਚੇ ਵਾਂਗੂ। ਜਿਸ ਤਰ੍ਹਾਂ ਇੱਕ ਛੋਟਾ ਜਿਹਾ ਬੱਚੂ ਆਪਣੇ ਪਿਓ ਦਾ ਹੁਕਮ ਮੰਨਦਾ, ਅਸੀਂ ਵੀ ਅੱਜ ਤੱਕ ਆਪਣੇ ਮਨ ਦੇ ਹੁਕਮ ਦੇ ਵਿੱਚ ਹੀ ਤੁਰੇ ਆ ਰਹੇ ਹਾਂ। ਧਿਆਨ ਨਾਲ ਦੇਖ ਲੈਣਾ, ਕਦੀ ਵਿਚਾਰ ਕੇ ਦੇਖ ਲੈਣਾ। ਮਨ ਦੇ ਹੁਕਮ ਦੇ ਵਿਪਰੀਤ ਅੱਜ ਤੱਕ ਅਸੀਂ ਕੋਈ ਵੀ ਕਾਰਜ ਨਹੀਂ ਕੀਤਾ। ਜੋ ਵੀ ਕੀਤਾ ਮਨ ਦੇ ਹੁਕਮ ਦੇ ਵਿੱਚ।
ਅਸੀਂ ਗੁਰਦੁਆਰੇ ਆਏ ਹਾਂ। ਇੱਥੇ ਆਉਣ ਦਾ ਲਾਭ ਹੈ ਜੀਵਨ ਦਾ ਤੱਤ ਮਨੋਰਥ ਪਤਾ ਚੱਲਣਾ, ਬਈ ਗੁਰਦੁਆਰੇ ਆਏ ਹਾਂ, ਕਾਹਦੇ ਵਾਸਤੇ ਆਏ ਹਾਂ, ਕੀ ਪਰਪਸ ਹੈ ਗੁਰਦੁਆਰੇ ਆਉਣ ਦਾ। ਇੱਥੇ ਪਤਾ ਚੱਲਿਆ ਵੀ ਗੁਰੂ ਨੇ ਬਖਸ਼ਿਸ਼ ਕੀਤੀ ਵੀ ਤੁਸੀਂ ਨਾਮ ਜਪੋ, ਮਾਨਸ ਜਨਮ ਕਾ ਇਹੀ ਲਾਭ ਭਈ ਪ੍ਰਾਪਤ ਮਾਨੁਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ, ਗੱਜ ਕੇ ਬੋਲੋ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੂੰ ਨਾਮ ਜਪਣ ਵਾਸਤੇ ਆਇਆ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫੈਸਲਾ ਹੈਗਾ। ਅਸੀਂ ਹੋਰ ਕੋਈ ਕਾਰਜ ਕਰਨ ਵਾਸਤੇ ਇੱਥੇ ਨਹੀਂ ਆਏ, ਕੇਵਲ ਨਾਮ ਜਪਣ ਵਾਸਤੇ ਆਏ ਹਾਂ। ਹੁਣ ਜਿਸ ਜਗਤ ਦੇ ਵਿੱਚ ਅਸੀਂ ਰਹਿ ਰਹੇ ਹਾਂ ਨਾ, ਇੱਥੇ ਬੜੀ ਸੰਸਾਰੀ ਫੋਰਮੈਲਿਟੀਆਂ ਨੇ, ਧਿਆਨ ਦਿਓ, ਬੜੀ ਸੰਸਾਰੀ ਫੋਰਮੈਲਿਟੀਆਂ ਆਈਆਂ ਨੇ। ਵੀ ਜੇ ਨਾਮ ਜਪਣਾ ਹੈਗਾ ਤਾਂ ਫਿਰ ਕਿਸੇ ਬਾਬੇ ਨੂੰ ਲੱਭੋ ਜਿਹੜਾ ਨਾਮਦਾਨ ਦਿੰਦਾ ਹੋਵੇ। ਸੰਸਾਰ ਦੇ ਵੀ ਦੇਖੋ ਨਾ ਤੁਸੀਂ, ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਫਿਰਕਾ ਚੱਲ ਰਿਹਾ, ਫਿਰਕਾ ਪ੍ਰਸਤੀ ਚੱਲ ਰਹੀ ਹੈ ਵੀ ਫਲਾਣਾ ਬਾਬਾ ਨਾਮਦਾਨ ਦਿੰਦਾ ਹੈਗਾ, ਫਲਾਣਾ ਬਾਬਾ ਨਾਮਦਾਨ ਦਿੰਦਾ ਹੈ। ਆਪ ਨੂੰ ਇੱਕ ਯੂਪੀ ਦੀ ਘਟਨਾ ਸੁਣਾਵਾਂ। ਬਰੇਲੀ ਦੀ ਘਟਨਾ ਹੈਗੀ ਹੈ, ਕੁਝ ਸਾਲ ਪਹਿਲੇ ਦੀ ਘਟਨਾ ਹੈਗੀ ਹੈ। ਉੱਥੇ ਕਿਸੇ ਬਾਬੇ ਨੇ ਜਾ ਕੇ ਕੈਂਪ ਲਾਇਆ, ਦੇਦਾਰੀ ਬਾਬੇ ਨੇ, ਅਤੇ ਐਲਾਨ ਕਰਤਾ ਵੀ ਜਿਨ੍ਹਾਂ ਨੂੰ ਨਾਮਦਾਨ ਚਾਹੀਦਾ ਉਹ ਇੰਨੇ ਵਜੇ ਕੈਂਪ ਦੇ ਵਿੱਚ ਪਹੁੰਚ ਜਾਣਾ। ਬਾਬਾ ਜੀ ਉਸ ਦਿਨ ਨਾਮ ਦੀ ਦਾਤ ਬਖਸ਼ਣਗੇ, ਬਾਬਾ ਜੀ ਨਾਮਦਾਨ ਦੇਣਗੇ, ਤੁਸੀਂ ਆ ਜਾਣਾ। ਬਾਬੇ ਨੇ ਕੈਂਪ ਲਾਇਆ, ਦੁਨੀਆ ਪਹੁੰਚੀ। ਬਰੇਲੀ ਯੂਪੀ ਦਾ ਇੱਕ ਬਹੁਤ ਵੱਡਾ ਡਿਸਟ੍ਰਿਕਟ ਹੈਗਾ, ਬਹੁਤ ਵੱਡਾ ਡਿਸਟ੍ਰਿਕਟ ਹੈਗਾ। ਆਲੇ ਦੁਆਲੇ ਤੋਂ ਲੱਖਾਂ ਦੀ ਤਾਦਾਦ, ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਦੇ ਵਿੱਚ ਦੁਨੀਆ ਪਹੁੰਚੀ ਸੀ। ਕਿਉਂਕਿ ਸਿੱਧੀ ਜੀ ਗੱਲ ਹੈਗੀ ਬਈ ਜਿੱਧਰ ਭੀੜ ਜਾਂਦੀ ਹੋਵੇ, ਭੀੜ ਨੂੰ ਦੇਖ ਕੇ ਲੋਕ ਪ੍ਰਭਾਵਿਤ ਹੁੰਦੇ, ਬਦੋ ਬਦੀ ਤੁਰ ਪੈਂਦੇ ਨੇ, ਬਦੋ ਬਦੀ ਤੁਰ ਪੈਂਦੇ ਨੇ। ਅਤੇ ਕਹਿੰਦੇ ਜੀ ਬਾਬਾ ਜੀ ਨਾਮਦਾਨ ਦੇਣਗੇ ਜੀ। ਹੁਣ ਕੈਂਪ ਲੱਗਿਆ ਜੀ, ਕੈਂਪ ਦੇ ਵਿੱਚ 4 ਚੁਫੇਰੇ ਤੰਬੂ ਲੱਗੇ ਹੋਏ, ਬਾਹਰੋਂ ਬੰਦ, ਅਤੇ ਇੱਕ ਵੱਖਰਾ ਕਮਰਾ ਰੱਖਿਆ ਹੋਇਆ ਜਿੱਧਰ ਸੰਗਤ ਬੈਠੀ ਸੀ। ਇੱਕ ਪਾਸੇ ਬੰਦੇ ਬੈਠੇ ਨੇ, ਸੰਗਤ ਬੈਠੀ ਹੈ, ਦੂਜੇ ਪਾਸੇ ਬਾਬਾ ਬੈਠਾ ਹੈ। 2 ਬੰਦਿਆਂ ਨੂੰ ਬੁਲਾਈ ਜਾਂਦਾ, ਨਾਮਦਾਨ ਦੇਈ ਜਾਂਦਾ, ਤੋਰੀ ਜਾਂਦਾ। ਇੱਕ ਬੰਦਾ ਜਾਂਦਾ ਹੈ, ਨਾਮ ਦਿੰਦਾ, ਤੋਰ ਦਿੰਦਾ। ਸਵੇਰ ਤੋਂ ਲੈ ਕੇ ਸ਼ਾਮ ਹੋ ਗਈ, ਬਾਬਾ ਆਪਣਾ ਕਾਰਜ ਕਰ ਰਿਹਾ। ਸ਼ਾਮ ਹੁੰਦਿਆਂ ਇੱਕ ਮੀਆਂ ਬੀਬੀ ਦੇ ਵਿੱਚੋਂ ਪਰਿਵਾਰ ਦੇ ਇੱਕ ਮੈਂਬਰ ਨੂੰ ਬਾਬੇ ਨੇ ਨਾਮ ਦੇ ਦਿੱਤਾ, ਦੂਜਾ ਬਾਹਰ ਰਹਿ ਗਿਆ। ਅਤੇ ਉਸ ਤੋਂ ਬਾਅਦ ਦਰਵਾਜ਼ੇ ਬੰਦ ਕਰਤੇ, ਦਰਵਾਜ਼ੇ ਬੰਦ ਕਰਤੇ। ਦਰਵਾਜ਼ੇ ਬੰਦ ਹੋਏ, ਜਿਹੜਾ ਬਾਹਰ ਰਹਿ ਗਿਆ ਸੀ ਉਹਨੇ ਦਰਵਾਜ਼ਾ ਖੜਕਾਇਆ, ਬਈ ਮੈਂ ਰਹਿ ਗਿਆ ਭਾਈ, ਖੋਲ੍ਹੋ। ਕਹਿਣ ਲੱਗੇ ਬਈ ਕਿਉਂ? ਕਹਿੰਦੇ ਮੇਰੀ ਘਰ ਵਾਲੀ, ਉਹਨੂੰ ਨਾਮ ਮਿਲ ਗਿਆ, ਮੈਂ ਰਹਿ ਗਿਆ। ਕਹਿੰਦੇ ਕੱਲ੍ਹ ਆਉਣਾ। ਕਹਿੰਦੇ ਕੱਲ੍ਹ ਕਿਉਂ ਆਉਣਾ? ਕਹਿੰਦੇ ਅੱਜ ਨਾਮ ਮੁੱਕ ਗਿਆ, ਅੱਜ ਨਾਮ ਮੁੱਕ ਗਿਆ ਬਾਬੇ ਦੇ ਕੋਲੋਂ, ਹੁਣ ਕੱਲ੍ਹ ਮਿਲੇਗਾ ਨਵੇਂ ਸਿਰੇ ਤੋਂ। ਅਤੇ ਜਿਹੜੇ ਬਾਬੇ ਦੇ ਕੋਲ ਨਾਮ ਮੁੱਕ ਗਿਆ ਉਹ ਬਾਬਾ ਆਪ ਵੀ ਮੁੱਕ ਜਾਣਾ ਅਤੇ ਉਹਦੇ ਜਪਣ ਵਾਲੇ ਵੀ ਮੁੱਕ ਜਾਣੇ। ਇਹ ਉਹ ਬਾਬਾ ਹੈ, 3 ਕਾਲ ਬਾਬਾ ਹੈਗਾ, ਤ੍ਰਿਕਾਲਦਰਸ਼ੀ ਬਾਬਾ ਹੈਗਾ। ਨਾ ਇੰਨੇ ਮੁੱਕਣਾ ਅਤੇ ਨਾ ਇਹਦੇ ਨਾਂ ਨੇ ਮੁੱਕਣਾ। ਤੁਸੀਂ ਸੰਗਤ ਦੇ ਵਿੱਚ ਆਉਂਦੇ ਹੈਗੇ ਹੋ, ਇੱਥੇ ਬੈਠ ਕੇ ਆਉਣ ਦਾ ਲਾਭ ਤਾਂ ਹੀ ਹੈ ਜੇ ਮਹਾਰਾਜ ਦੀ ਅਸੀਂ ਇਹਨਾਂ ਪੰਕਤੀਆਂ ਦੇ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰੀਏ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਕਿਸ ਤਰ੍ਹਾਂ ਸਾਵਧਾਨ ਏਕਾਗਰ ਚਿਤ, ਪੂਰੀ ਏਕਾਗਰਤਾ ਦੇ ਨਾਲ ਜੋ ਕਥਾ ਕੀਰਤਨ ਹੋ ਰਿਹਾ। ਦੇਖੋ ਕਰਨ ਵਾਲਾ ਬਦਲ ਸਕਦਾ, ਕੀਰਤਨ ਹੋ ਰਿਹਾ ਹੈ, ਕਥਾ ਹੋ ਰਹੀ ਹੈ, ਇਹ ਸਾਜ਼ ਦੀ ਤਰ੍ਹਾਂ ਹੈ। ਸਾਜ਼ ਜਿਵੇਂ ਹੁਣੇ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਹਾਰਮੋਨੀਅਮ ਵਜਾ ਰਹੇ ਸਨ, ਤਬਲਾ ਵਜਾ ਰਹੇ ਸਨ, ਉਹਦੇ 'ਚੋਂ ਆਵਾਜ਼ ਆਉਂਦੀ ਹੈ, ਜੋ ਧੁਨਾਂ ਉੱਠਦੀਆਂ ਨੇ, ਉਹ ਧੁਨ ਜਿਹੜੀ ਹੈਗੀ ਹੈ ਉਸ ਕਰਕੇ ਤਬਲੇ ਦੀ ਵੈਲਿਊ ਹੈਗੀ, ਤਬਲੇ ਦੀ ਵੈਲਿਊ ਹੈਗੀ। ਕੱਲ੍ਹ ਨੂੰ ਕੋਈ ਹੋਰ ਤਬਲੇ ਵਾਲਾ ਆ ਕੇ ਵੀ ਤਬਲਾ ਵਜਾ ਸਕਦਾ ਹੈ। ਤੁਹਾਡਾ ਸੰਬੰਧ ਹੈਗਾ ਸੀ ਜੋ ਉਸ ਸਮੇਂ ਕੀਰਤਨ ਹੋ ਰਿਹਾ ਸੀ ਉਸ ਸ਼ਬਦ ਦੇ ਨਾਲ ਜੁੜਨ ਦਾ, ਸੁਰਤ ਦਾ ਔਰ ਸ਼ਬਦ ਦਾ ਮੇਲ। ਸਾਜ਼ ਬਦਲ ਸਕਦੇ ਨੇ, ਸ਼ਬਦ ਉਹੀ ਰਹਿਣਗੇ। ਇਹ ਬੋਲਣ ਵਾਲੇ ਬੁਲਾਰੇ ਬਦਲ ਸਕਦੇ ਨੇ, ਮਗਰ ਗੁਰੂ का ਸ਼ਬਦ ਅਟਲ ਹੈ। ਆਦਿ ਕਾਲ ਤੋਂ ਲੈ ਕੇ ਅੱਜ ਤੱਕ ਪਤਾ ਨਹੀਂ ਕਿੰਨੇ ਬੁਲਾਰੇ, ਕਿੰਨੇ ਕੀਰਤਨੀਏ ਆਏ ਜਿਨ੍ਹਾਂ ਨੇ ਗੁਰੂ का ਕੀਰਤਨ ਸੰਗਤ ਨੂੰ ਸਰਵਣ ਕਰਾਇਆ। ਕਿ ਗੁਰੂ ਕੀਰਤਨ ਕਰਨ ਵਾਲੇ ਤੇ ਬਦਲਦੇ ਚਲੇ ਗਏ, ਚਿਹਰੇ ਬਦਲਦੇ ਚਲੇ ਗਏ। कि गुरु का कीर्तन बदल गया, बाणी बदल गई? नहीं। साज बदल सकते हैं, आवाज़ नहीं। आवाज़ शब्द, जो गुरु का शब्द जो बोलता है, बोलन वाला जो बोल रहा है वो नहीं बदलते। सुनन वाले बदल सकते हैं, बोलन वाले बदल सकते हैं, गुरु का शब्द अटल है, यह नहीं बदलता। ਅਸੀਂ ਇੱਥੇ ਆਏ ਹਾਂ, ਸਾਨੂੰ ਇਸ ਗੱਲ ਦੀ ਸਮਝ ਆਈ ਵੀ ਇੱਥੇ ਆਉਣ ਦਾ ਲਾਭ ਇਹੀ ਹੈਗਾ ਵੀ ਏਕਾਗਰਤਾ ਦੇ ਨਾਲ ਆਪਾਂ ਗੁਰਦੁਆਰੇ ਬੈਠੀਏ।
पूर्ण एकाग्रता बनाइए, बनाइए कितना अज तक तो बनाई नहीं हैगी ना। सानू पता हैगा असी गुरुद्वारे आए हाँ, बाणी पढ़ी है, ध्यान देना, असी बाणी पढ़ी हैगी, मत्था टेकिया, कीर्तन सुनिया, कथा सुनी हैगी, मगर वो किहड़ा तरीका हैगा भी जिस तरीके दे नाल एकाग्रता बनती हो। एकाग्रता ये अर्थ होंदे ने मन का एकाग्र होना। तो इसके अर्थ ए ने संगत जी भी साडे मन के बड़े टुकड़े होए हुए ने, खिंडिया होया, बहुत थावां ते खिंडिया होया। यह खिंडिया होया मन साडा एकाग्र करेगी केवल बाणी, होर कोई तरीका नहीं हैगा इस मन नूं एकाग्र करन दा। तुसी दान करो, तुसी तीर्थ यात्रा करो, तुसी अखंड पाठ साहब करो, सहज पाठ करो, बाहर जाओ, गुरुद्वारे जाओ, कथा सुनो, कीर्तन सुनो, इस नाल मन नूं एक सेहत ते मिल सकती, मन एकाग्र नहीं होएगा। तुसी तीर्थ यात्रा ते जाओगे, मन एकाग्र नहीं होएगा, होर विचलित होएगा। कुछ नज़ारे देखोगे, कुछ लोकी वेखोगे, फिर उत्थे दी हलचल देखोगे, मन दे उत्ते असर पेगा, मन होर खिंडेगा, मन होर खिंडेगा। गुरुद्वारे आया कितना सफल होएगा, कदम सफला होएगा भी असी गुरुद्वारे आए हैं, साडा मन एकाग्र हो गया। मैं आप जो एक छोटे जे बच्चे का एग्जाम्पल देना। एक छोटा जिहा बालक, उस छोटे जे बालक की मानसिक हालत ठीक नहीं सी, छोटे जे बालक की मानसिक हालत ठीक नहीं सी, ते उन्होंने उस बालक नूं बाबे दे डेरे छड्ड दिता। बाबे दे डेरे माँ प्यो ने हत्थ खड़े करते भी असीं ते पाल नहीं सकते। 3-4 साल का होया, वो बाबे दे डेरे छड्ड आए। तो बाबा जी कितने बंदगी वाले हैगे सन, सहज पाए, उन्होंने कहा कोई गल नहीं, छड़ जाओ इत्थे। तो बाबा जी हर वेले बंदगी विच लीन रहिंदे सन, नाम जपते सन, आप जपते सन, जिहड़ा उन्होंने स्थान के उत्ते आंदा सारिਆਂ ਨੂੰ सतनाम जपाते सन, सारिਆਂ ਨੂੰ। यह छोटा जिहा बालक स्पष्ट बोल नहीं सी सकदा, स्पष्ट बोल नहीं सी सकदा। यह भी बैठता है संगत दे विच। हुण रंग लागत 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 है, हर नामा हर रंग है, हर रंग मजिठे रंग, गुर तुठे हर रंग चाड़िया, फिर बोहर ना होएगी। अज का हुक्मनामा भी है। उस संगत दे विच छोटा जिहा बच्चा बहिंदा है, होर भी संगत आंदी, सारे सतनाम वाहिगुरू का जाप करते हैं, वो भी बच्चा भी करता है, वेखद्या वेखद्या करता है। रब की ऐसी खेड़ वरती, बच्चे की खेड़ बन गई। हालांकि बच्चा स्पष्ट नहीं सी बोल सकता, मगर उन्होंने एक अलौकिक आनंद आना शुरू हो गया, रस आना शुरू हो गया, खेड़ा आना शुरू हो गया। तो संगत दे विच बच्चा दिनों दिन मशहूर होना शुरू हो गया। बई एक छोटा जिहा बच्चा, तुहानूं पता ही होएगा इस गल का, बड़े चंगे तरीके ज्ञान होएगा। अगर कोई छोटा बालक कीर्तन करता है, ऐसी बाणी का, एक गुरु के कीर्तनीय कीर्तन कर रहे हैं, और एक छोटा जिहा बच्चा आके अगर कीर्तन करता है, तो ऑटोमैटिक बंदे का जिहड़ा सुभाव है ना, हो सकता है एक गुरु के कीर्तनीय का कीर्तन ना सुनने वास्ते बंदा बैठे, बच्चे तो प्रभावित जरूर होता है, छोटे जे बालक तो बंदा जरूर प्रभावित होता है। बई वो कीर्तन कर रहा, बंदा बह के सुनता जरूर है। तो अपने घरां दे विच भी असीं अपने छोटे बच्चों को प्रेरदे हैगे आ भी तुसीं कीर्तन करो, सुनो, सीखो। असीं प्रेरणा देंदे हैगे आ भी असीं तो नहीं कर पाए, घट्टो घट्ट साडे बच्चे इस लाइन दे विच अगे वध। इस बच्चे नूं रंग लगना शुरू हो गया। हुण पता किस तरह चले भी इन्हूं रंग लगना शुरू होया। उसदी हालत जिहड़ी हैगी संगत नालों वखरी सी, अनोखी सी। महाराज की बाणी उचारण करती है भी जिहड़े बंदे नाम जपते ने ना, उन्हां दे नेत्रां दे हाव भाव, शरीर का डील डोल बिल्कुल वखरा ही हो जाता है, वखरा हो जाता है। तुसीं कहोगे किस तरह, कोई बाणी का प्रमाण दिओ। महाराज ने बाणी का एक थां उचारण किया है, नानक से अखड़ियां बेअन्न, बेअन्न वो अखां होर ने, जिन्ना डिसंदो माँ पिरी, ਜਿਹੜੀਆਂ ਅੱਖਾਂ ਨੇ ਕਿਤੇ परिपूर्ण परमात्मा के दर्शन किए होण, ਇਹ ਉਹ ਜਿਹੜੀਆਂ ਅੱਖਾਂ ਨੇ दुनिया 'ਚ अनोखियां ही होंदियां ने, अलग ही होंदियां ने, होर ही होंदियां ने। ਇਹ छोटे जे बच्चे नूं नाम जपदियां जपदियां आनंद आना शुरू हो गया, खेड़ बननी शुरू हो गई, इलाके दे विच मशहूर हो गया। तो एक दिन वो छोटा जिहा बालक जिहड़ा स्पष्ट नहीं सी बोल पाता, मगर बाबा जी ने उसकी बोली, क्योंकि हुण काफ़ी दिन हो गए डेरे रहंदे रहंदे समझना शुरू करता भी बालक की बोलना चाहता है। जिस तरह रीडर होंदे ने किसी बंदे नूं टैली करन वाले, बई जिस तरह हुण आम तौर पर एक अखान हैगा कि बई
ਮਾਂ ਪਿਓ ਜਿਹੜੇ ਅਗਰ ਬੱਚਾ ਤੁਤਲਾ ਕੇ ਬੋਲਦਾ ਹੋਵੇ, ਬੱਚਾ ਤੁਤਲਾ ਕੇ ਸਪਸ਼ਟ ਨਾ ਬੋਲਦਾ ਹੋਵੇ, ਤਾਂ ਮਾਂ ਪਿਓ ਦੱਸ ਦਿੰਦੇ ਵੀ ਬੱਚਾ ਕੀ ਬੋਲਦਾ ਪਿਆ, ਮਾਂ ਪਿਓ ਦੱਸ ਦਿੰਦੇ ਨੇ। ਅਤੇ ਹੁਣ ਉਹ ਬਾਬਾ ਜੀ ਦੇ ਡੇਰੇ ਰਹਿ ਰਿਹਾ ਸੀ, ਬਾਬਾ ਜੀ ਦੀ ਸਰਪ੍ਰਸਤੀ ਹੇਠ ਰਹਿ ਰਿਹਾ ਸੀ, ਅਤੇ ਬਾਬਾ ਜੀ ਨੇ ਉਸ ਬਾਲਕ ਨੂੰ ਵੇਖਿਆ, ਹਾਲਾਤ ਉਹਦੇ ਦੇਖੇ, ਅਤੇ ਉਹਨੂੰ ਸ਼ਾਬਾਸ਼ੀ ਦਿਆ ਕਰਨ। ਅਤੇ ਇੱਕ ਦਿਨ ਉਹ ਛੋਟਾ ਜਿਹਾ ਬਾਲਕ ਕੋਠੇ 'ਤੇ ਚੜ੍ਹੇ, ਕੋਠੇ 'ਤੇ ਚੜ੍ਹਿਆ, ਕੋਠੇ 'ਤੇ ਚੜ੍ਹ ਕੇ ਬਾਰ-ਬਾਰ ਥੱਲੇ ਆਵੇ, ਫਿਰ ਉੱਤੇ ਜਾਵੇ, ਫਿਰ ਥੱਲੇ ਆਵੇ, ਫਿਰ ਉੱਤੇ ਜਾਵੇ। ਅਤੇ ਸੇਵਾਦਾਰਾਂ ਨੇ ਪੁੱਛਿਆ ਵੀ ਪਤਾ ਨਹੀਂ ਬੱਚੇ ਦੇ ਕੀ ਕੋਈ ਪਰੇਸ਼ਾਨੀ ਹੈਗੀ ਵੀ ਇਹ ਬਾਰ-ਬਾਰ ਉੱਤੇ ਥੱਲੇ ਹੋ ਰਿਹਾ ਹੈਗਾ, ਕਿਉਂ ਜਾਂਦਾ ਹੈ ਕੋਠੇ 'ਤੇ। ਉਹਨਾਂ ਨੇ ਲਿਜਾ ਕੇ ਬੱਚੇ ਨੂੰ ਪੁੱਛਿਆ, ਅਤੇ ਬੱਚਾ ਕੁਝ ਬੋਲਣ ਦੀ ਕੋਸ਼ਿਸ਼ ਕਰਦਾ, ਕਿਸੇ ਨੂੰ ਸਮਝ ਨਹੀਂ ਆਉਂਦੀ। ਉਹ ਬਾਬਾ ਜੀ ਦੇ ਕੋਲ ਲੈ ਗਏ, ਬਾਬਾ ਜੀ ਦੇ ਕੋਲ ਪਹੁੰਚੇ, ਲੈ ਕੇ ਬਾਬਾ ਜੀ ਨੇ ਦੱਸਿਆ ਵੀ ਇਸ ਤਰ੍ਹਾਂ ਹੈ ਵੀ ਬਾਲਕ ਉੱਤੇ ਜਾ ਰਿਹਾ ਬਾਰ-ਬਾਰ, ਧਿਆਨ ਦੇਣਾ। ਬੱਚਾ ਬਾਰ-ਬਾਰ ਕੋਠੇ 'ਤੇ ਜਾਂਦਾ, ਕਿਉਂ ਜਾਂਦਾ ਹੈਗਾ, ਕੀ ਕਾਰਨ ਹੈਗਾ। ਬਾਬਾ ਜੀ ਨੇ ਬੱਚੇ ਨੂੰ ਪੁੱਛਿਆ। ਹੁਣ ਬਾਬਾ ਜੀ ਨੂੰ ਸਮਝ ਆਉਣ ਲੱਗ ਗਈ ਸੀ, ਕਿਉਂਕਿ ਬਾਬਾ ਜੀ ਕੋਲ ਕਾਫੀ ਟਾਈਮ ਤੋਂ ਰਹਿ ਰਿਹਾ ਸੀ ਬੱਚਾ। ਅਤੇ ਉਹ ਬਾਲਕ ਬਾਬਾ ਜੀ ਨੂੰ ਕਹਿੰਦਾ ਜੀ ਮੈਨੂੰ ਸਤਿਨਾਮ ਵਾਹਿਗੁਰੂ ਸੁਣਾਈ ਦੇ ਰਿਹਾ ਹੈ, ਸਤਿਨਾਮ ਵਾਹਿਗੁਰੂ ਦੀਆਂ ਧੁਨਾਂ ਸੁਣਾਈ ਦੇ ਰਹੀਆਂ ਨੇ। ਮੈਂ ਕੋਠੇ ਚੜ੍ਹ ਕੇ ਦੇਖ ਰਿਹਾ ਵੀ ਕਿੱਥੋਂ ਆਵਾਜ਼ ਆ ਰਹੀ ਹੈ, ਕਿੱਥੋਂ ਆਵਾਜ਼ਾਂ ਆਉਂਦੀਆਂ ਪਈਆਂ ਨੇ, ਸਾਨੂੰ ਤਾਂ ਨਹੀਂ ਸੁਣਾਈ ਦਿੰਦੀਆਂ। ਅਸੀਂ ਘੰਟਾ 2 ਘੰਟੇ ਰਹਿਣ ਸਬਾਈਆਂ ਆਉਂਦੀਆਂ ਨੇ, ਅਸੀਂ ਸਾਰੀ ਰਾਤ ਗੁਰਦੁਆਰੇ ਬੈਠੇ ਰਹੀਏ, ਸਾਰੀ ਰਾਤ ਕੀਰਤਨ ਸੁਣਦੇ ਰਹੀਏ, ਗੁਰਦੁਆਰੇ ਦੇ ਦਰਵਾਜ਼ੇ ਬਾਹਰ ਹੋਈਏ ਅਤੇ ਕੋਈ ਰੰਗ ਨਹੀਂ ਹੁੰਦਾ। ਅੰਦਰ ਬੈਠੇ ਦੇਵਤੇ ਨਜ਼ਰ ਆਉਂਦੇ ਆ, ਬਾਹਰ ਨਿਕਲਦੇ ਉਹੀ ਪੁੱਛ ਲਓ ਕੀ ਕੀਰਤਨ ਸੁਣਿਆ ਰਾਤ ਨੂੰ ਬੈਠ ਕੇ, ਕਿਹੜੇ ਸ਼ਬਦ ਦੀ ਵਿਚਾਰ ਚੱਲੀ, ਕੀ ਹੁਕਮਨਾਮਾ ਆਇਆ, ਕੁਛ ਨਹੀਂ ਯਾਦ ਹੁੰਦਾ, ਕੁਛ ਵੀ ਯਾਦ ਨਹੀਂ ਹੁੰਦਾ। ਆਮ ਤੌਰ 'ਤੇ ਖਿਆਲ ਦਿੱਤਾ ਜਾਂਦਾ ਹੈ, ਅਗਰ ਕੋਈ ਗੁਰਮੁਖ ਪਿਆਰਾ, ਧਿਆਨ ਦਿਓ, ਆਪਣੇ ਉੱਤੇ ਟੈਲੀ ਕਰਕੇ ਦੇਖਣਾ, ਜਦੋਂ ਤੁਸੀਂ ਗੁਰਦੁਆਰੇ ਆਉਂਦੇ ਹੋ ਤੁਹਾਡੇ ਉੱਤੇ ਬਖਸ਼ਿਸ਼ ਹੋਣ ਲੱਗੀ, ਇਹ ਪੈਮਾਨਾ ਹੈਗਾ। ਜੇ ਤੁਸੀਂ ਗੁਰਦੁਆਰੇ ਹੋ, ਸੁਣ ਕੇ ਜੋ ਗਏ ਹੋ, ਰਾਤ ਨੂੰ ਸੁੱਤੇ ਹੋ, ਜੇ ਤੁਹਾਡੇ ਕੰਨਾਂ ਵਿੱਚ ਉਹੀ ਆਵਾਜ਼ਾਂ ਆਉਣ ਜੋ ਤੁਸੀਂ ਕੀਰਤਨ ਸੁਣ ਕੇ ਗਏ ਹੋ, ਤਾਂ ਸਮਝ ਲੈਣਾ ਅੱਜ ਕੋਈ ਅਨੋਖੀ ਹੀ ਖੇਡ ਵਰਤੀ ਹੈਗੀ। ਅੱਜ ਸੰਸਾਰੀ ਗੱਲਾਂ ਨਹੀਂ ਸੁਣਾਈ ਦੇ ਰਹੀਆਂ, ਅੱਜ ਉਹ ਕੀਰਤਨ ਸੁਣਾਈ ਦੇ ਰਿਹਾ, ਉਹ ਧੁਨਾਂ ਸੁਣਾਈ ਦੇ ਰਹੀਆਂ ਨੇ ਜੋ ਮੈਂ ਗੁਰਦੁਆਰੇ ਸੁਣ ਕੇ ਆਇਆ। ਨਹੀਂ ਤਾਂ ਸਾਰਾ ਦਿਨ ਪਤਾ ਕੀ ਹੁੰਦਾ ਹੈ, ਮਨ ਊਲ ਜਲੂਲ ਹੀ ਬਕਦਾ ਰਹਿੰਦਾ ਹੈ, ਊਲ ਜਲੂਲ, ਕੋਈ ਸਿਰ ਪੈਰ ਨਹੀਂ ਹੁੰਦਾ ਇਹਦਾ, ਭੌਂਕੀ ਜਾਂਦਾ, ਕੁਛ ਨਾ ਕੁਛ ਭੌਂਕੀ ਜਾਂਦਾ ਹੈ। ਅਤੇ ਬਾਬਾ ਜੀ ਕਹਿਣ ਲੱਗੇ ਬਈ ਇਸ ਬੱਚੇ ਦੇ ਤਾਂ ਚਰਨ ਪੂਜਨਯੋਗ ਹੋ ਗਏ ਨੇ, ਇਹਨੂੰ ਹੁਣ ਉਹ ਸੁਣਾਈ ਦੇਣ ਲੱਗਿਆ ਜੋ ਇੱਥੇ ਸੰਗਤ ਰੋਜ਼ ਜਪਦੀ ਹੈਗੀ, ਸੰਗਤ ਆਪਣੇ ਘਰੇ ਚਲੇ ਜਾਂਦੀ ਹੈ, ਮਗਰ ਉਹ ਧੁਨਾਂ ਇਸ ਬੱਚੇ ਦੇ ਕੰਨਾਂ ਦੇ ਵਿੱਚ ਵੱਜਦੀਆਂ ਨੇ ਬਾਅਦ ਵਿੱਚ, ਅਤੇ ਲਗਾਤਾਰ ਵੱਜਦੀਆਂ ਪਈਆਂ। ਸਾਨੂੰ ਤਾਂ ਕਦੀ ਨਹੀਂ ਸੁਣਾਈ ਦੇਣੀ, ਕਦੀ ਨਹੀਂ ਸੁਣਾਈ ਦੇਣੀ। ਜੇ ਇਸ ਤਰ੍ਹਾਂ ਕਦੀ ਕੋਈ ਘੜੀ ਮੁਬਾਰਕ ਆ ਜਾਵੇ ਵੀ ਰਾਤ ਨੂੰ ਸੁੱਤੇ ਹੋਏ, ਦਿਨੇ ਕੰਮਕਾਰ ਕਰਦੇ ਹੋਏ ਕੋਈ ਇਸ ਤਰ੍ਹਾਂ ਦੀ ਬਾਣੀ ਦੀ ਪੰਕਤੀ ਕੰਨਾਂ ਦੇ ਵਿੱਚ ਵੱਜਦੀ ਹੋਵੇ, ਅਤੇ ਸਮਝ ਲੈਣਾ ਬਈ ਤੁਹਾਡੀ ਕੀਤੀ ਹੋਈ ਕਾਲਨਾ ਸਫਲ ਹੋਣੀ ਸ਼ੁਰੂ ਹੋ ਗਈ। ਤੁਹਾਡੀ ਕੀਤੀ ਹੋਈ ਮਿਹਨਤ, ਅਮਨਦੀਪ ਸਿੰਘ ਜੀ, ਤੁਹਾਡੀ ਕੀਤੀ ਹੋਈ ਮਿਹਨਤ ਉਸ ਦਿਨ ਸਫਲ ਸਮਝ ਲਓ। ਜਿੱਦਣ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਨੀ ਸ਼ੁਰੂ ਹੋ ਜਾਵੇ ਵੀ ਬੈਠੇ ਤੇ ਪਰਿਵਾਰ ਦੇ ਵਿੱਚ ਹੈਗੇ ਆ, ਬੈਠੇ ਤੇ ਦੁਕਾਨ 'ਤੇ ਹੈਗੇ ਆ, ਬਿਜ਼ਨਸ ਕਰਦੇ ਪਏ ਆ, ਮਗਰ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਵੇਰੇ ਸੁਣਿਆ ਸੀ, ਉਹ ਹਜੇ ਵੀ ਵੱਜਦਾ ਪਿਆ, ਹਜੇ ਵੀ ਮਹਿਸੂਸ ਹੋ ਰਿਹਾ ਵੀ ਮੈਂ ਗੁਰਦੁਆਰੇ ਹੀ ਬੈਠਾ, ਸੁਣਾਈ ਦੇ ਰਿਹਾ। ਐਸਾ ਬਹੁਤ ਘੱਟ ਹੁੰਦਾ ਹੈ, ਬਹੁਤ ਘੱਟ ਹੁੰਦਾ ਹੈ। ਕਿਉਂ? ਮੈਂ ਫਿਰ ਇੱਥੋਂ ਆਪ ਜੀ ਅੱਗੇ ਬਚਨ ਆਰੰਭ ਕੀਤਾ ਸੀ, ਅਸੀਂ ਭੀੜ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ, ਭੀੜ ਤੋਂ ਪ੍ਰਭਾਵਿਤ, ਜਿਸ ਤਰ੍ਹਾਂ ਭੀੜ ਕਰਦੀ ਹੈਗੀ ਅਸੀਂ ਵੀ ਉਤਨਾ ਹੀ ਫੋਲੋ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਉਸੇ ਤਰ੍ਹਾਂ ਫੋਲੋ ਕਰੀਏ, ਉਸੇ ਢੰਗ ਨਾਲ ਫੋਲੋ ਕਰੀਏ। ਮੈਂ ਆਪ ਜੀ ਦੇ ਅੱਗੇ ਵਚਨ ਰੱਖਿਆ ਵੀ ਅਗਰ ਨਾਮਦਾਨ ਦੀ ਕਿਤੇ ਉਹ ਖੇਡ ਚੱਲੇ ਤਾਂ ਲੋਕ ਨਾਮਦਾਨ ਲੈਣ ਲੱਗੀ ਭੱਜੇ ਜਾਂਦੇ ਨੇ, ਭੱਜੇ ਹੋਏ ਜਾਂਦੇ ਨੇ। ਠੀਕ ਇਸੇ ਤਰੀਕੇ ਦੀ ਇਹ ਘਟਨਾ ਮੈਂ ਬਚਪਨ ਵਿੱਚ ਸਰਵਣ ਕੀਤੀ ਸੀ ਮਹਾਂਪੁਰਸ਼ਾਂ ਦੇ ਕੋਲ। ਉਹਨਾਂ ਨੇ ਕਿਹਾ, ਕਹਿੰਦੇ ਇੱਕ ਵੇਰਾ ਬਾਬੇ ਕਬੀਰ ਸਾਹਿਬ ਜੀ ਦਾ ਬੜਾ ਨਾਮ ਹੋ ਗਿਆ ਸੀ, ਬਹੁਤ ਨਾਮ ਸੀ ਬਾਬਾ ਕਬੀਰ ਜੀ ਦਾ, ਬੜੀ ਉਮਤ ਉਹਨਾਂ ਨੂੰ ਆ ਕੇ ਮੱਥਾ ਟੇਕਿਆ ਕਰਦੀ ਸੀ, ਸਜਦਾ ਕਰਦੀ ਸੀ। ਅਤੇ ਬਾਬਾ ਕਬੀਰ ਜੀ ਦੇ ਕੋਲ ਆਇਆ ਇੱਕ ਵਪਾਰੀ ਬੰਦਾ, ਬਿਜ਼ਨਸਮੈਨ ਬੰਦਾ, ਦੁਪਹਿਰ ਦਾ ਟਾਈਮ ਸੀ, ਆਇਆ ਮੱਥਾ ਟੇਕਿਆ ਅਤੇ ਆ ਕੇ ਕੀ ਕਹਿੰਦਾ, ਕਹਿੰਦਾ ਬਾਬਾ ਕਬੀਰ ਜੀ ਮੈਂ ਫਲਾਣੀ ਦੁਕਾਨ ਤੋਂ ਆਇਆ ਹੈਗਾ, ਮੈਂ ਆਪਣੇ ਬੱਚੇ ਨੂੰ ਬਿਠਾ ਕੇ ਆਇਆ, ਦੁਪਹਿਰ ਦਾ ਵੇਲਾ, ਮੈਂ ਕਿਹਾ ਚਲੋ ਇਸ ਟਾਈਮ ਥੋੜ੍ਹਾ ਜਿਹਾ ਘੜੀ ਵਿਹਲੇ ਹੈਗੇ, ਚਲੋ ਬਾਬਾ ਜੀ ਨੂੰ ਮਿਲ ਆਈਏ, ਦਰਸ਼ਨ ਕਰ ਆਈਏ। ਹੁਣ ਕਹਿੰਦਾ ਬਾਬਾ ਜੀ ਮੈਂ ਸੁਣਿਆ ਆਪ ਜੀ ਨਾਮਦਾਨ ਦਿੰਦੇ ਹੋ, ਨਾਮਦਾਨ ਬਖਸ਼ਦੇ ਹੈਗੇ ਹੋ, ਅਤੇ ਆਪ ਕਿਰਪਾ ਕਰੋ ਛੇਤੀ ਨਾਲ ਮੈਨੂੰ ਨਾਮ ਦੀ ਦਾਤ ਦੇ ਦਿਓ।
कोई नहीं, दुकान पे 2-4 गाहक लग जाने तो कोई गल नहीं, चलो, पर आप कृपा करो नामदान बख्श दो। ध्यान देना की कहता है, नामदान दे दिओ फटाफट। हुण जिहड़े रब तक पहुँचे होंदे ने ना, वो समझ आते हैं भी बंदे की नबज, बंदा समझ रहे हो ना गल। उन्होंने कहा ठीक है नामदान चाहिए, हाँ जी, कहते कोई नहीं ठीक है। फिर साढ़े इत्थे दा एक विधान है, एक विधान है, वो पूरा करना पैंदा है। हुक्म करो जी। कहते जाओ दुध लैके आओ, दुध लैके आओ। उन्हें सोचा भी शायद बाबा जी पहले दुध पींदे होणगे, एन रज पुज जाते होणगे, तृप्त हो जाते होणगे, फिर बाबा जी किते खुश होकर नामदान देंदे होणगे। वो दौड़ के गया, दुध लैके आया, तो बाबा जी ने कहता है कबीर जी मैं लै आंदा दुध। कहते बहुत अच्छे। कहते लियाओ इस पात्र दे विच। पिछों बाबा जी ने एक पतीला चक्या, बाबा कबीर जी ने वो पतीला अगे रखता, पा दे बई अद्धे च। वो जिहड़ा पतीला हैगा सी वो मैला कुचैला सी, जंग लग्या होया पतीला सी। उन्हें कहा बाबा जी शायद तुसी बजुर्ग हो गए हो, तुहानूं दिखाई नहीं देंदा भी यह पतीला जिहड़ा है ना वो मैला कुचैला हैगा, जंग लग्या होया हैगा, जंगालिया होया, ਇਹਦੇ दुध नहीं पाईदा। दुध जिहड़ा साफ भांडे च पाईदा। जे ਇਹਦੇ पाया, जे ਇਹਦੇ पाया तो दुध खराब हो जाना। तो बाबा कबीर जी कहने लगे समझे पुरखा? कहता नहीं महाराज। कहने लगे बेटा तू कह रहा है ਇਹਦੇ नाम की दात पा दो इस मन दे विच, जिन्हों जन्म जन्म की मैल लगी पई है, तू 2 पैसे का दुध पाण नूं नहीं तैयार हैगा, तो रब का नाम जिहड़ा प्रभ का सिमरन सब ते उच्चा, बोलो सारे, प्रभ का सिमरन जिहड़ा सब तो उच्चा सिमरन हैगा, जिहड़ा सब तो अमोलक है, साई नाम अमोल कीम ना कोई जान दो। तू वो अमृतमई नाम कह रहा, तू पा दे। वो भी छेती नाल, तैनूं पता ही नहीं हैगा तू मंगदा की पिया, तैनूं पता ही नहीं हैगा तू मंग की रहा है। ਐਵੇਂ दुनिया लोका वेखा वेखी आपां करदे पए हैं। असी गुरुद्वारे आए हैं, साढ़े आन का परपज हैगा प्रभ की उस्तत करो संत मीत, सावधान एकाग्र, गज के बोलो सावधान एकाग्र चित। एकाग्र चित होना, हुण एकाग्र चित का अर्थ केवल गुरु ही दस सकता है। साडा मन करोड़ जगह के उत्ते खिलरिया पिया, खिलरिया पिया। असी बाणी भी पढ़ते हैं, नाम भी जपते हैं, कथा कीर्तन भी करते हैं, फिर भी सानू कुछ याद नहीं रहिंदा। सारी सारी रात गुरुद्वारे बैठ के कीर्तन सुनिया, याद नहीं रहिंदा। मैं दूर क्यों जाऊँ, पाठी सिंह अखंड पाठां की ड्यूटी देंदे ने। मैं किसी की निंदिया नहीं कर रहा, गुस्ताखी माफ, मैं किसी की निंदिया नहीं कर रहा। पाठी सिंह 2-2 घंटिया के रोल लगाते हैं पाठ के उत्ते। तो पाठी सिंह नूं पाठ करके आया मेरे कमरे दे विच जिथे मैं रुकिया थी। तो मैं उन्होंने सुभावक पूछा, मैं कहा जी आ गए हो, ड्यूटी दे के आए हो? कहते हाँ। मैं कहा जी की बाणी पढ़ के आए हो? की बाणी पढ़ के आए हो? कहते जी नहीं पता, सन तो अंग पता है भी इन्ने अंग तो लैके इन्ने अंग तक पाठ करके आए हैं, यह नहीं पता भी कि। मैं कहा चलो यही दस दो किहड़ा राग पढ़ के आए हो? नहीं, नहीं पता। हुण जिहड़े काम दे विच मन शामिल ही नहीं हैगा, जिहड़े काम दे विच मन शामिल ना होवे, वो काम कदे सिरे नहीं चढ़दा। मैं नितनेम कर रहा, मेरा मन शामिल ही नहीं हैगा, मेरा मन शामिल ही नहीं हैगा। मैं पाठ तो किया हैगा, मैं शुरू किया जपजी साहब तो आनंद साहब ते पहुँच के समाप्ति हो गई, फिर पता चला लै पाठ समाप्ति भी हो गया। यार मन पता नहीं कित्थे कित्थे भजिया फिर, कोई पता नहीं। इदा असी बाणी पढ़ रहे हैं, मन कित्थे टकरा मारदा फिर, किसी नूं नहीं पता हैगा। बेहोशी की हालत दे विच असी सारे काम करी जा रहे हैं। तुहानूं पता होएगा चंगे तरीके, बेहोशी की हालत दे विच बंदा गड्डी नहीं चला सकता, चलाएगा तो एक्सीडेंट होएगा। बाहरों तो असी इन्ने सुचेत है कि भी बाहर का असी सावधान होना है, तो बाणी पढ़न वेले सावधानी की कोई है ही नहीं, कोई सावधानी नहीं। इधर मैं बाणी पढ़ रहा, उधर ध्यान पता कित्थे हैगा, वो दुध रखा होया, उबाला आने वाला हैगा, वो आने वाले ने रोटी बना दी हैगी कि नहीं, अजे वो सीटियाँ किनियाँ आ गई ने। इधर बाणी पढ़ रहे हैं, उधर सीटियाँ का ध्यान हैगा भी सीटियाँ किनियाँ हो गई। इधर बाणी पढ़ रहे हैं, उधर दूजियां गल्लां चल रही हैं। हुण ख्याल इस तरह के खिलरे पे है ने, कितना गल सिरे चढ़ जाए।
पूरे गुरु कोल आओ। पूरा गुरु कहता है प्रभु की उस्तत करो संत मीत, करो तुसी प्रभु की कीर्ति गायन करो, कितना सावधान होवो, पूरी एकाग्रता बनाओ। कोई तुहाडे चों सवाल करे गुरु अर्जन देव महाराज एकाग्रता कितना बनाईए, यह गल के उत्ते ध्यान देना। मैं 3 बारी यह पंक्ति पढ़ी, हुण चौथी बारी आप जी अगे पढ़ी। एकाग्रता, मन की एकाग्रता होना यह फल है। मन एकाग्र हो गया किसी बंदे का तो समझ लो यह तुहानूं दरगाह चों फल मिल गया बाणी पढ़न का, नाम जपण का, तुहाडी अज तक की धार्मिक क्रिया करन दे जो तुसीं रस्मां अदा कर रहे हो, जे मन एकाग्र हो गया तो समझ लो तुहानूं अज फल मिल गया, फल मिल गया। मन का एकाग्र हो जाना ही फल है। और इस करके गुरु अर्जन देव महाराज जी ने उच्चारण किया है कि जदों तुसीं उस्तत करो, जिदन तुहाडा मन एकाग्र होना शुरू हो गया। हुण देखो एकाग्रता के वास्ते तो उदम मैनू ही करना पेगा, हिला चारा मैनू ही करना पेगा, मेरी आके किसी ने बांह नहीं फड़नी हैगी। हो सकता है संसार दे विच कोई किसी की मदद कर दे। चलो एक इशारा मैं होर आप जी के अगे रखा। बीबी राणी ने चावल बनाने वास्ते चौल साफ किए, एक प्लेट के पा के परात के पा के चौल साफ करते पे ने। चौल साफ करके थले रखे टेबल के उत्ते, थाल भरिया होया सी, परात भरी हुई सी चौलों की, तो गल्लां गल्लां दे विच हत्थ लग्या तो परात दे विचों चौल डिग गए, पुट्ठी पै गई, चौल खिलर गए सारे फर्श के उत्ते खिलर गए। हुण वो खिलरे हुए जिहड़े चावल सन, खिलरे कितनी देर विच? 1 सैकेंड दे विच। हुण कट्ठे करने पै गए, कट्ठे करने में टाइम लग रहा। हुण हो सकता है, ध्यान देना, हो सकता है जदों तुहाडे घर दे विच कोई इस तरह की घटना होई तो हो सकता है बच्चे मदद कर देन, वड्डे मदद कर देन, कोई मदद कर दे भी चलो कट्ठे करते। बाहरों कोई चीज़ खिल रही है, तुहाडी कोई मदद कर देगा। मन की एकाग्रता, मन भी खिल रहा पिया, मन भी खिल रहा पिया। हुण इस खिलरे हुए मन नूं इकट्ठा करना, तुहाडा कोई मददगार नहीं बाहरों, किसी ने किसी की मदद नहीं करनी। खुद बा मुनशब सुध, बंदा अपनी मदद आप करेगा, अपनी मदद आपे करेगा। किस तरह? मेरा मन खिल रहा, किहड़े किहड़े रस्तियां तो खिल रहा, मैं उहदे उत्ते अंकुश लावां, पैरा लावां, बई इधरों इधरों जा रहा। बाबे कबीर जी कोलों पुछो, उन्होंने बाणी का एक थां ते वचन आता है। बाबा कबीर जी ने एक थां ते वचन उच्चारण किया है, मनुख के 9 दरवाजे ने, जिन्होंने दरवाजे के राही मन जिहड़ा बाहर भजदा है, मन बाहर वाले पासे भजदा है। 9 दरवाजे ने, 2 अखां ने, नक है, कन है, मूँह है, जुबान है, लैट्रिन ते बाथरूम, इन्हां दे राही ध्यान बाहर भजदा है। बाहर भजदा होया मन, हुण इहनूं किस तरह रोकीए? मैनूं चंगे तरीके याद है, कोई गुब्बारा होवे, गुब्बारा बैलून, तो बैलून नूं जे असी उपर उड़ाना हैगा गैस भर के, तो एक शर्त हैगी, उहदे वास्ते एक नियम है भी तुहाडे बैलून दे विच कोई सुराख ना होवे, सुराख ना होवे, छेद ना होवे, तां यह बैलून उत्ते जाएगा। इस काया रूपी बैलून दे विच कुदरत ने 9 छेक किते ने, 9 छेक, तो इहदे अंदर प्राण टिकाए हुए ने। किस तरह टिके हुए ने? यह तो कादर की कुदरत हैगी है महसूस करना कि भी एक बैलून दे विच एक सुराख हो जाए तो उहदे अंदर हवा नहीं टिकती, तो इस काया दे अंदर 9 सुराख किते ने कुदरत ने, फिर भी प्राण अंदर टिके हुए ने। कितना टिके ने? खैर यह विषय थोड़ा जिहा अलग से। अगर एक भी सुराख है तो बैलून उत्ते नहीं जाता, हवा बाहर निकली हैगी, तो महसूस करो एक सुराख नाल हवा बाहर निकली है, साडे ते ध्यान जिहड़ा शरीर की एकाग्रता का ध्यान जिहड़ा 9 रासियां तो बाहर जा रहा, 9 दरवाजा तो मिनट विच बाहर जा रहा। बाबे कबीर ने एक नियम दसिया इहदा, जे तुसी मन दे उत्ते काबू पाना हैगा, जे तुसी प्रभु की बख्शिश प्राप्त करनी, तो फिर एक नियम फॉलो करो। कदम तुहानूं एको ही चलना पेगा, मददगार गुरु होएगा। चरण शरण गुर एक पेंडा जाए चल, सतगुर, गज के बोलो, सतगुर कोट पेंडा आगे होए ले। बड़ी बारी तुसीं सुनिया होएगा, कभी जीवन दे विच इस चीज़ को महसूस करने की कोशिश करना भी गुरु जो कह रहे हैं साडे नाल इस तरह हो रहा कि नहीं। तुसीं एक कदम पुट्टो गुरु वाले पासे, और पूरे विश्वास के नाल, पूरे भरोसे के नाल।
ਬਾਬਾ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਆਖਿਆ, ਮੂੰਦ ਲੀਏ ਦਰ ਬਾਜੇ ਬਾਜੀ ਅਲੇ ਅਨਹਦ ਬਾਜੇ। ਕਹਿੰਦੇ ਨੇ ਬਾਬਾ ਕਬੀਰ ਜੀ ਇਸ ਬਚਨ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਬਈ ਜਿਹੜੇ ਰਸਤਿਆਂ ਦੇ ਰਾਹੀਂ ਮੇਰਾ ਧਿਆਨ ਬਾਹਰ ਜਾਂਦਾ ਸੀ, ਮੈਂ ਉਹ ਦਰਵਾਜ਼ੇ ਹੀ ਬੰਦ ਕਰਤੇ, ਦਰਵਾਜ਼ੇ ਹੀ ਬੰਦ ਕਰਤੇ। ਹੁਣ ਦਰਵਾਜ਼ੇ ਕਿਹੜੇ ਸਨ? ਇਹ ਦੋ ਅੱਖਾਂ, ਇਹ ਦੋ ਕੰਨ, ਇਹ ਜ਼ੁਬਾਨ, ਇਹ ਬੰਦ ਕਰਤੇ ਬਾਬਾ ਜੀ ਤੁਸੀਂ। ਤੇ ਫਿਰ ਸੰਸਾਰ ਦੇ ਕੰਮ ਕਿਸ ਤਰ੍ਹਾਂ ਹੋਣਗੇ ਜੇ ਮੈਂ ਅੱਖਾਂ ਹੀ ਬੰਦ ਕਰਕੇ ਬੈਠ ਜਾਵਾਂ? ਜੇ ਮੈਂ ਆਪਣੇ ਕੰਨ ਹੀ ਬੰਦ ਕਰਕੇ ਬੈਠ ਜਾਵਾਂ, ਸੰਸਾਰ ਨਾਲ ਸਾਂਝ ਕਿਸ ਤਰ੍ਹਾਂ ਬਣੇਗੀ? ਜੇ ਇਸ ਤਰ੍ਹਾਂ ਮੇਰੀ ਇਕਾਗਰਤਾ ਬਣਦੀ ਹੁੰਦੀ, ਫਿਰ ਕੁਦਰਤ ਨੇ ਬਣਾਏ ਕਿਉਂ ਸਨ? ਕੁਦਰਤ ਨੇ ਇਹ ਦਰਵਾਜ਼ੇ ਬਣਾਏ ਕਿਉਂ ਸਨ ਜੇ ਇਸ ਤਰ੍ਹਾਂ ਹੀ ਇਕਾਗਰਤਾ ਬਣਦੀ? ਤੁਸੀਂ ਖੁਦ ਮਹਿਸੂਸ ਕਰੋ, ਜੇ ਅੱਖਾਂ ਨਾ ਹੋਣ ਕਿਸੇ ਬੰਦੇ ਦੇ ਕੋਲ ਤੇ ਉਹ ਸੰਸਾਰ ਦੀ ਕਾਰਵਾਈ ਜ਼ਿਆਦਾ ਕਰ ਸਕਦਾ? ਜੇ ਕੰਨ ਨਾ ਹੋਣ ਤੇ ਸੰਸਾਰ ਨਾਲ ਸਾਂਝ ਬਣਾ ਸਕਦਾ ਕੋਈ? ਜੇ ਜ਼ੁਬਾਨ ਨਾ ਹੋਵੇ ਤੇ ਦੁਹਾਈ ਨਿਰੰਕਾਰ ਦੀ, ਫਿਰ ਪਸ਼ੂ ਵੀ ਤੇ ਮੇਰੇ ਕੋਈ ਫਰਕ ਨਹੀਂ ਹੈ। ਇਹੀ ਜ਼ੁਬਾਨ ਹੈ, ਧਿਆਨ ਦੇਣਾ, ਇੱਕੋ ਜ਼ੁਬਾਨ ਹੈ। ਇਸ ਜ਼ੁਬਾਨ ਦੇ ਨਾਲ ਸੰਬੰਧ ਜੁੜਦਾ ਹੈ ਸੰਸਾਰ ਦੇ ਨਾਲ, ਔਰ ਇਹੀ ਇੱਕ ਜ਼ੁਬਾਨ ਹੈ ਜਿਹਦੇ ਨਾਲ ਜਪ ਜਪ ਕੇ ਨਿਰੰਕਾਰ ਦੇ ਨਾਲ ਸੰਬੰਧ ਜੁੜਦਾ। ਇਹੀ ਜ਼ੁਬਾਨ, ਇੱਕੋ ਹੀ ਜ਼ੁਬਾਨ। ਮੈਂ ਬੰਦ ਕਰ ਲਾਂ ਹੁਣ? ਬ੍ਰਹਮ ਗਿਆਨੀ ਕੀ ਬਾਤ ਬਾਤ ਮੇਂ ਬਾਤ, ਮਹਾਂਪੁਰਖਾਂ ਦੀ, ਗੁਰਮੁਖਾਂ ਦੀ, ਸੰਤਾਂ ਦੀ, ਸਾਧਾਂ ਦੀ ਹਰ ਗੱਲ ਦੇ ਵਿੱਚ ਕੋਈ ਰਾਜ ਛੁਪਿਆ ਹੁੰਦਾ ਹੈ। ਹਰ ਗੱਲ ਦੇ ਵਿੱਚ ਕੋਈ ਰਾਜ ਹੁੰਦਾ ਹੈ। ਇੱਥੇ ਬਹੁਤ ਬੇਸ਼ਕੀਮਤੀ ਹੈ ਬਚਨ ਨੇ, ਮੂੰਦ ਲੀਏ। ਮੂੰਦਨ ਦੇ ਅਰਥ ਹੁੰਦੇ ਨੇ ਬੰਦ ਕਰ ਲਏ ਦਰਵਾਜ਼ੇ, ਸਾਰੇ ਦਰਵਾਜ਼ੇ ਬੰਦ ਕਰ ਲਏ। ਤੇ ਬਾਬਾ ਕਬੀਰ ਜੀ, ਫਿਰ ਸੰਸਾਰ ਦੀ ਕਾਰਵਾਈ ਕਿਸ ਤਰ੍ਹਾਂ ਚੱਲੇਗੀ? ਫਿਰ ਸੰਸਾਰ ਨਾਲ ਸਾਂਝ ਕਿਸ ਤਰ੍ਹਾਂ ਬਣੇਗੀ ਜੇ ਤੁਹਾਡੀ ਇਸ ਗੱਲ ਨੂੰ ਮੈਂ ਮੰਨ ਲਾਂ? ਤੇ ਕਹਿੰਦੇ ਨਹੀਂ ਨਹੀਂ ਪੁਰਖਾ, ਇਸ ਤਰ੍ਹਾਂ ਨਹੀਂ। ਕਿਸ ਤਰ੍ਹਾਂ? ਮੇਰੀ ਜਿਹੜੀਆਂ ਅੱਖਾਂ ਸਨ ਮੈਂ ਬੰਦ ਕੀਤੀਆਂ ਨੇ, ਮਗਰ ਕਿਸ ਤਰ੍ਹਾਂ ਬੰਦ ਕੀਤੀਆਂ ਨੇ? ਪਹਿਲੇ ਇਹ ਗਲਤ ਵੇਖਦੀਆਂ ਸਨ, ਮੈਂ ਹੁਣ ਗਲਤ ਵੇਖਣ ਵਾਲੋਂ ਬੰਦ ਕਰਤੀਆਂ। ਹੁਣ ਦੇਖਦੀਆਂ ਤੇ ਨੇ, ਮਗਰ ਜੋ ਦੀਸੇ ਸੋ ਤੇਰਾ ਰੂਪ। ਹੁਣ ਜਿੱਧਰ ਵੇਖਦੇ ਨੇ, ਜਹਾਂ ਦੇਖਦੇ ਨੇ, ਤੈਨੂੰ ਵੇਖਦੀਆਂ। ਜਰੇ ਜਰੇ ਵਿੱਚ ਹੁਣ ਤੈਨੂੰ ਹੀ ਵੇਖਦੇ ਆ, ਤੇਰੇ ਤੋਂ ਇਲਾਵਾ ਕੁਛ ਨਹੀਂ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਭਗਤਾਂ ਦੀ ਅਵਸਥਾ ਹੈ। ਸਭ ਮੈਂ ਜੋਤ, ਜੋਤ ਹੈ ਸੋਈ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਇਹ ਸਭ ਕੁਝ ਇਹ ਪ੍ਰਭੂ ਤੁਸੀਂ ਹੈਗੇ। ਅਵਸਥਾ, ਅਵਸਥਾ। ਮੇਰੇ ਲਈ ਹਜੇ ਮਿੱਤਰ ਮੇਰੇ ਮਿੱਤਰ ਨੇ, ਦੁਸ਼ਮਣ ਮੇਰੇ ਦੁਸ਼ਮਣ ਨੇ। ਹੁਣ ਮੈਂ ਇਹ ਆਪਣੇ ਮਨ 'ਚੋਂ ਘੱਟੋ ਘੱਟ ਆਪਣੇ ਨੇਤਰਾਂ ਦੇ ਉੱਤੇ ਇਹ 'ਤੇ ਕਾਬੂ ਕਰ ਲਿਆ ਵੀ ਮੈਂ ਹੁਣ ਸਾਰਿਆਂ ਨੂੰ ਇੱਕ ਜੋਤ ਨਾਲ ਵੇਖਣਾ, ਇੱਕ ਰਸ ਵੇਖਣਾ। ਹੁਣ ਕਿਸੇ ਨਾਲ ਵਿਤਕਰਾ ਨਹੀਂ ਕਰਨਾ। ਦੂਸਰਾ, ਮੇਰੇ ਕੰਨ, ਇਹ ਪਹਿਲੇ ਹਾਸੇ ਠੱਟੇ ਨਿੰਦਿਆ ਬੜੇ ਸੁਣਨ ਦੇ ਆਦੀ ਸਨ। ਔਰ ਯਕੀਨ ਜਾਣਨਾ, ਇਹਦੇ ਕੋਈ ਅਤਕਥਨੀ ਗੱਲ ਨਹੀਂ ਹੈਗੀ। ਸਾਡੇ ਕੰਨਾਂ ਨੂੰ ਆਦਤ ਹੀ ਇਹੀ ਹੈ। ਸਾਰਾ ਦਿਨ ਹੱਸੀ ਟੱਪੇ ਸੁਣ ਲੈਣਗੇ, ਸਾਰਾ ਦਿਨ ਟੀਵੀ ਦੇ ਹਾਸੇ ਸੁਣ ਲੈਣਗੇ, ਸਾਰਾ ਦਿਨ ਲੋਕਾਂ ਦੀਆਂ ਨਿੰਦਿਆਂ ਸੁਣ ਲੈਣਗੇ। ਮਨ ਨੂੰ ਆਦਤ ਹੈ ਕਿ ਸੁਣਦਾ ਕੌਣ ਪਿਆ? ਅੰਦਰ ਬੈਠ ਕੇ ਮਨ ਸਰਦਾਰ। ਉਹਨੂੰ ਆਦਤ ਹੈ ਇਸ ਤਰ੍ਹਾਂ ਦੀ। ਇਹ ਕਦੀ ਨਾਮ ਜਪਣ ਵਾਸਤੇ ਤਿਆਰ ਨਹੀਂ ਹੁੰਦਾ। ਅੰਮ੍ਰਿਤਮਈ ਕੀਰਤਨ ਸੁਣਨ ਵਾਸਤੇ, ਕਥਾ ਸੁਣਨ ਵਾਸਤੇ ਤਿਆਰ ਨਹੀਂ ਹੁੰਦਾ। ਲੋਕਾਂ ਦੀ ਨਿੰਦਿਆ ਸੁਣਨੀ ਹੋਏ, ਮਨ ਕਿੰਨਾ ਇਕਾਗਰ ਹੁੰਦਾ ਹੈ। ਧਿਆਨ ਦੇਣਾ, ਕਦੀ ਵੀ ਦੇਖ ਲੈਣਾ ਤੁਸੀਂ। ਅਸੀਂ ਬੜੇ ਸੁਰਤ ਟਿਕਾ ਕੇ ਕਿਸੇ ਦੀ ਕੋਈ ਗੱਲ ਕਰ ਰਿਹਾ ਹੋਵੇ ਨਾ, ਕੰਨ ਪਾਈ ਚਾਹੇ ਕਿਸੇ ਦੀ ਆਵਾਜ਼ ਨਾ ਪੈ ਰਹੀ ਹੈ, ਫਿਰ ਵੀ ਅਸੀਂ ਇਕਾਗਰਤਾ ਬਣਾ ਕੇ ਕੋਸ਼ਿਸ਼ ਕਰਦੇ ਹਾਂ ਵੀ ਫਲਾਣੇ ਦੀ ਗੱਲ ਸੁਣੀਏ। ਹੁੰਦਾ ਇਸ ਤਰ੍ਹਾਂ? ਇਸ ਤਰ੍ਹਾਂ ਹੁੰਦਾ? ਬਿਲਕੁਲ ਹੁੰਦਾ ਇਸ ਤਰ੍ਹਾਂ। ਅਸੀਂ ਦੂਜੇ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਦੂਜਾ ਕੀ ਬੋਲ ਰਿਹਾ, ਮੈਂ ਸੁਣਾ ਬੜੇ ਧਿਆਨ ਨਾਲ। ਮਨ ਇਕਾਗਰ ਬਣ ਜਾਂਦਾ ਉਸ ਵੇਲੇ ਜਦੋਂ ਨਿੰਦਿਆ ਚੁਗਲੀ ਸੁਣਦਾ ਹੁੰਦਾ। ਅਤੇ ਜਦੋਂ ਪ੍ਰਭੂ ਦਾ ਕੀਰਤਨ ਸੁਣਨਾ ਹੋਵੇ, ਕਥਾ ਸੁਣਨੀ ਹੋਵੇ, ਬਾਣੀ ਸੁਣਨੀ ਹੋਵੇ, ਉਸ ਵੇਲੇ ਬਿਲਕੁਲ ਅਚੇਤ, ਕੋਈ ਇਕਾਗਰਤਾ ਨਹੀਂ। ਕਿਉਂ? ਜਿਸ ਕੰਮ ਦੇ ਵਿੱਚ ਰਸ ਆ ਰਿਹਾ ਬੰਦੇ ਨੂੰ, ਉੱਥੇ ਹੀ ਇਕਾਗਰਤਾ ਬਣਾਉਂਦਾ ਹੈ। ਹੁਣ ਜ਼ੁਬਾਨ ਜਿਹੜੀ ਹੈਗੀ ਹੈ, ਇਹਨੂੰ ਨਿੰਦਿਆ ਕਰਨ ਵੀ ਬੜਾ ਰਸ ਆਉਂਦਾ ਹੈ, ਗਾਲਾਂ ਕੱਢਣ ਵੀ ਬੜਾ ਰਸ ਆਉਂਦਾ ਹੈ, ਮਿੱਥਿਆ ਝੂਠ ਬੋਲਣ ਦੀ ਬੜਾ ਇਹਨੂੰ ਸਵਾਦ ਆਉਂਦਾ ਹੈ। ਬਾਬਾ ਕਬੀਰ ਜੀ ਕਹਿੰਦੇ ਨੇ, ਮੈਂ ਹੁਣ ਆਪਣੀ ਜ਼ੁਬਾਨ 'ਤੇ ਵੀ ਕਾਬੂ ਕਰ ਲਿਆ। ਹੁਣ ਇਹ ਬੋਲਦੇ ਤੇ ਨੇ, ਮਗਰ ਇਹ ਵਾਹਿਗੁਰੂ ਹੁਣ ਤੇਰੇ ਨਾਮ ਦੀ ਕੀਰਤੀ ਗਾਇਨ ਕਰਦੇ ਨੇ। ਹੁਣ ਸੰਸਾਰੀ ਹਾਸੇ ਟੱਪੇ, ਨਿੰਦਿਆ ਚੁਗਲੀ ਸਭ ਕੁਝ ਮੈਂ ਤਿਆਗ ਦਿੱਤੀ, ਸਭ ਤਿਆਗ ਦਿੱਤੀ। ਧਿਆਨ ਦੇਣਾ, ਮੈਂ ਨਿੰਦਿਆ ਦੀ ਗੱਲ ਕਰ ਰਿਹਾ। 1 ਮਿੰਟ ਆਪ ਜੀ ਦਾ ਲਾ। ਮਹਾਂਪੁਰਸ਼ ਮੈਨੂੰ ਕਹਿੰਦੇ ਸਨ ਇੱਕ ਦਿਨ, ਗੁਰੂ ਘਰ ਦੇ ਮਹਾਨ ਵਿਦਵਾਨ ਗਿਆਨੀ ਪਰਮਜੀਤ ਸਿੰਘ ਜੀ ਖਾਲਸਾ, ਅਨੰਦਪੁਰ ਸਾਹਿਬ ਵਾਲੇ,
एक दिन मैं उन्होंने कोल गया तो कुदरती जिस वेले मैं उन्होंने कोल पहुँचया तो कोई इस तरह का सबजैक्ट चल रहा निंदिया का, तो कोई बीबी राणी सी बजुर्गवार, उन्हें सवाल किया कि बाबा जी निंदिया के बारे कुछ सुनाओ। तो सुभावक मैं पहुँचा तो उस वेले जो महापुरखा ने बोल बोले, खालसा जी ने जो बोल बोले, ध्यान देना बड़े, क्योंकि ਜਿਹੜੇ ਰੱਬ ਨਾਲ जुड़े होंगे ने ना वो तत्त की गल सैकंड में करते हैं, सैकंड के ऐ नहीं पहले संसारी गल्लां कीतियां मेरे वांगू तो फिर जाके टिकाने की कोई गल सुनाई। कहते कह लगे बीबी राणी निंदिया एक ऐसी टॉफी है जिहड़ी हर बंदे ने अपने मूँह च पाई हुई है, हर बंदे ने अपने मूँह च पाई हुई है। बिल्कुल यकीनी गल ठीक है कि निंदिया का स्वाद ही ऐसा आंदा है, हर बंदे नूं बड़ा स्वाद आंदा है करन विच भी ते सुनन विच भी। तो महाराज बाणी दे जिन्हों असीं मत्था टेकदे हां वो कहंदे ने करन ना सुने काहू की निंदा, किसी की निंदा ना करे ते ना सुने। सब ते जाने आपस को मंदा, अपने आप नूं नीवा जाने। तो असीं कहंदे हां असीं सब कुछ होंदे हां जी, सामने वाले की तो औकात ही की है साडे अगे, ये साडी हालत हैगी। फिर मन एकागर किस तरह होवे। श्री कबीर उच्चारण करते हैं मैं हुण अपने इन्हां दरवाज़िਆਂ ਦੇ उत्ते काबू पा लिया, मेरा मन पार भजदा सी मैं दरवाजे ही बंद करते, संसारी रस रखते सन मैं दरवाजे ही बंद करते, हुण बैठे ने मेरे को। हुण जिदन ने मैं दरवाजे बंद करके नाम जपना शुरू किया हैगा उदन तो एक अलौकिक जिहा आनंद आना शुरू हो गया है, रस आना शुरू हो गया है, खेड बननी शुरू हो गई है। तुसीं कदी एकाग्रता के नाल बैठ के नाम जपण की कोशिश करो, ध्यान दिओ। तुसीं हुण संगत दे विच बैठे हो, एक मिनट तुसीं पूर्ण एकाग्रता बना के अगर तुसीं नाम जपोगे तुहाडा मन उसी वेले फैसला दे देगा बई रस आ गया। एक मिनट लई आओ सारे एक मिनट जपीए, फिर अगां दी विचार करते हैं। वाहिगुरू 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 वाहिगुरू। खुल के वाहिगुरू 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 वाहिगुरू। वाहिगुरू 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 वाहिगुरू। वाहिगुरू 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 वाहिगुरू। उच्चारण करो जी सतनाम श्री। 10 वस्तु ले पाछे पावै, एक वस्त कारण विखोट गवावे। हुण इत्थे असीं रोज़ आंदे हां, बाणी भी पढ़ते हैगे हां, ਇਹ पंक्तियां भी असीं पढ़ते हैं रोज़। अमृतमई बाणी श्री सुखमनी साहब की कह रहे हैं महाराज दे 10 वस्तु असीं जन्म तो लैके जन्म के समाप्त होने तक रोज़ प्रभु के कोलों आके कोई ना कोई फरियाद करते ही रहते हैं, मंगते ही रहते हैं। नित नवियां मंगां लैके असीं गुरुद्वारे आउंदे हां ते आके इस थां दे उत्ते असीं मंगां करन दे विच भी बड़े सियाणे हैगे हाँ। यह भी गल यकीनी तौर पर मैं नहीं कह रहा, कलगीधर पातशाह इस तरह बख्शिश करते हैं। यह जिहड़ा आया है कोई मंग लैके ते यह बंदा सौदा करन विच भी बड़ा सियाणा हैगा, आपे मंग रहा ते उहदे सौदे दे वट्टे कहंदा है महाराज मेरी यह मंग पूरी कर दो, मैं अखंड पाठ रखावांगा। मेरी यह मंग पूरी हो जाए मैं 40 दिन गुरुद्वारे आवांगा। मेरी यह मंग पूरी हो जाए मैं दरबार साहब की यात्रा ते जावांगा। मेरी यह मंग पूरी हो जाए मैं रोज़ यह काम करांगा, मैं लंगर लावांगा।
ਇਹ ਸਾਡੀ ਹਾਲਾਤ ਹੈ। ਅਸੀਂ ਮੰਗ ਵੀ ਰਹੇ ਹਾਂ ਸਿਆਣੇ ਬਣ ਕੇ, ਫਿਰ ਸੌਦੇ ਦੀ ਕੀਮਤ ਵੀ ਲਾ ਰਹੇ ਹਾਂ, ਜੋ ਮੰਗ ਰਹੇ ਹਾਂ ਉਹਦੀ ਕੀਮਤ ਵੀ ਲਾ ਰਹੇ ਹਾਂ। ਕਲਗੀਧਰ ਪਾਤਸ਼ਾਹ ਜੀ ਨੇ ਇਹ ਬੇਸ਼ਕੀਮਤੀ ਬੋਲ ਨੇ, ਕਾਮਨਾ ਅਧੀਨ। ਅਸੀਂ ਕੋਈ ਨਾ ਕੋਈ ਕਾਮਨਾ ਲੈ ਕੇ ਆਏ ਹਾਂ, ਅਧੀਨ ਹੋ ਕੇ ਆਏ ਹਾਂ। ਸਦਾ ਦਾਮਨਾ ਪ੍ਰਵੀਨ, ਏਕ ਭਾਵਨਾ ਵਿਹੀਨ, ਕੈਸੇ ਪਾਵੇਂ ਜਗਦੀਸ਼ ਕੋ। ਅਸੀਂ ਕਾਮਨਾ ਲੈ ਕੇ ਆਏ ਹਾਂ, ਉਸ ਕਾਮਨਾ ਦੀ ਅਸੀਂ ਦਾਮ ਵੀ ਲਗਾਉਂਦੇ ਪਏ ਹਾਂ। ਆਪੇ ਮੰਗ ਕਰ ਰਹੇ ਹਾਂ, ਆਪੇ ਕੀਮਤ ਲਾ ਰਹੇ ਹਾਂ। ਧਿਆਨ ਦਿਓ, ਅਸੀਂ ਕਾਮਨਾ ਵੀ ਆਪੇ ਕਰ ਰਹੇ ਹਾਂ, ਮੰਗ ਵੀ ਆਪੇ ਕਰ ਰਹੇ ਹਾਂ। ਕਿਸੇ ਨੇ ਸਾਨੂੰ ਨਹੀਂ ਕਿਹਾ ਵੀ ਇਹ ਮੰਗ ਤੂੰ। ਅਸੀਂ ਮੰਗ ਕੀਤੀ, ਉਸ ਮੰਗ ਦੀ ਕੀਮਤ ਵੀ ਅਸੀਂ ਆਪਣੇ ਆਪ ਹੀ ਲਾ ਲਈ ਸਿਆਣੇ ਬਣ ਕੇ। ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਏਕ ਭਾਵਨਾ ਵਿਹੀਨ, ਕੈਸੇ ਪਾਵੇਂ ਜਗਦੀਸ਼ ਕੋ। ਇਹ ਮਨੁੱਖ, ਜੇ ਤੈਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਬਚਨ ਚੇਤੇ ਹੈਗਾ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਇਸ ਤੋਂ ਪਹਿਲੇ ਇਹ ਵੀ ਆਖਿਆ ਵੀ ਇਹ ਜਿਹੜੀ ਤੈਨੂੰ ਮੌਕਾ ਮਿਲਿਆ, ਭਈ ਪ੍ਰਾਪਤ ਮਾਨੁਕ ਦੇ ਹੋਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਇਹ ਗੋਬਿੰਦ ਨੂੰ ਮਿਲਣ ਦੀ ਵਾਰੀ ਹੈਗੀ ਸੀ ਤੈਨੂੰ ਮਿਲਣ ਵਾਸਤੇ, ਕੇਵਲ ਤੈਨੂੰ ਹੀ ਮਿਲੀ, ਕਿਸੇ ਹੋਰ ਨੂੰ ਨਹੀਂ ਮਿਲੀ। ਔਰ ਪ੍ਰਾਪਤ ਹੋਈ ਹੈ ਤੈਨੂੰ, ਤੇਰੇ ਉੱਤੇ ਗੁਰੂ ਨੇ ਕਿਰਪਾ ਕੀਤੀ ਤਾਂ ਤੈਨੂੰ ਪ੍ਰਾਪਤ ਹੋਈ ਹੈ। ਤੇ ਜਿਹੜੇ ਅਸੀਂ ਕਰਮ ਕਰਦੇ ਪਏ ਹਾਂ ਉਹਦੇ ਵਿੱਚ ਬਿਲਕੁਲ ਨਹੀਂ ਝਲਕਾਂ ਮਿਲਦੀਆਂ ਕਿ ਸਾਨੂੰ ਕਿਤੇ ਪਰਿਪੂਰਨ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਹੋਵੇ, ਕਿਤੇ ਮਿਲਾਪ ਦੇ, ਕਿਤੇ ਦਰਸ਼ਨ ਦੀ ਕੋਈ ਇਸ ਤਰ੍ਹਾਂ ਦੀ ਖੇਡ ਬਣੀ ਹੋਵੇ। ਸਾਡੇ ਉੱਠਣ ਬੈਠਣ ਨਾਲ, ਸਾਡੇ ਕਿਰਤ ਕਰਨ ਦੇ ਢੰਗ ਦੇ ਨਾਲ ਪਤਾ ਚੱਲ ਰਿਹਾ ਵੀ ਸਾਨੂੰ ਇਸ ਤਰ੍ਹਾਂ ਦੀ ਕੋਈ ਸੋਝੀ ਨਹੀਂ ਹੈਗੀ। ਉਦੋਂ ਅਸੀਂ ਪੜ੍ਹ ਰਹੇ ਹੈਗੇ ਹਾਂ ਕਿ ਸਾਨੂੰ ਇਹ ਮੌਕਾ ਮਿਲਿਆ ਗੋਬਿੰਦ ਨੂੰ ਮਿਲਣ ਵਾਸਤੇ, ਤੇ ਉਧਰੋਂ ਅਸੀਂ ਮੰਗਾਂ ਮੰਗ ਰਹੇ ਹੈਗੇ ਹਾਂ, ਕਾਮਨਾ ਅਧੀਨ ਹੋ ਕੇ ਗੁਰਦੁਆਰੇ ਆ ਰਹੇ ਹਾਂ, ਮੰਗ ਰਹੇ ਹਾਂ। ਤੇ ਉਹਨਾਂ ਮੰਗਾਂ ਦੇ ਵਿੱਚ ਕਿਤੇ ਦਰਸ਼ਨ ਦੀਦਾਰ ਦੀ ਮੰਗ ਨਹੀਂ ਹੈਗੀ। ਬਈ ਐ ਗੁਰੂ ਤੁਸੀਂ ਆਪਣੇ ਦਰਸ਼ਨ ਦੀਦਾਰ ਬਖਸ਼ੋ, ਮੈਂ ਇਹ ਤੁਹਾਡੇ ਸੌਗਾਤ ਬਖਸ਼ਾਂਗਾ। ਮੈਨੂੰ ਤੁਸੀਂ ਆਪਣੇ ਅਗੰਮੀ ਦੀਦਾਰ ਬਖਸ਼ੋ, ਮੇਰੇ ਕੋਲੋਂ ਜੋ ਹੋ ਸਕਿਆ ਮੈਂ ਉਹ ਕਰਨ ਦੀ ਕੋਸ਼ਿਸ਼ ਕਰਾਂ। ਗੁਰੂ ਤੁਸੀਂ ਕਿਸੇ ਨਾਲ ਟੁੱਟੋ ਸਹੀ ਮੇਰੇ ਉੱਤੇ, ਮੈਨੂੰ ਆਪਣੇ ਦਰਸ਼ਨ ਦੀਦਾਰ ਬਖਸ਼ੋ। ਕੋਈ ਕਰਦਾ ਨਾ। ਮੈਂ ਤਾਂ ਕਈ ਵਾਰ ਇੱਥੇ ਤੱਕ ਵੇਖਿਆ, ਇੱਥੇ ਤੱਕ ਇਨਸਾਨ ਸਿਆਣਾ ਬਣਿਆ ਹੋਇਆ ਹੈ। ਮੰਗ ਰਹੇ ਹਾਂ ਗੁਰਦੁਆਰੇ ਆ ਕੇ, ਗੁਰੂ ਨਾਮਦਾਨ ਬਖਸ਼ੋ। ਧਿਆਨ ਦੇਣਾ, ਨਾਮਦਾਨ ਬਖਸ਼ੋ। ਇੱਥੇ ਤੇ ਮਹਾਰਾਜ ਨੇ ਲਿਖਿਆ, ਜੋ ਮੰਗੇ ਠਾਕੁਰ ਆਪਣੇ ਤੇ, ਗੱਜ ਕੇ ਬੋਲੋ, ਸੋਈ ਸੋਈ ਦੇਵੇ। ਉਹੀ ਦਿੰਦਾ ਜੋ ਤੁਸੀਂ ਮੰਗਦੇ ਹੈਗੇ। ਇਹ ਦਿੰਦਾ ਹੈ, ਇਹ ਦਿੰਦੇ ਆ ਢਿੱਲ ਵੀ ਨਹੀਂ ਲਾਉਂਦਾ। ਮਗਰ ਕਿਸੇ ਦੀ ਝੋਲੀ ਦੇ ਵਿੱਚ ਨਾਮ ਟਿਕਿਆ ਹੋਇਆ ਇੱਥੇ ਆਂਦੀ ਦੁਨੀਆ ਮੂੰਹ ਵਟ ਕੇ ਕਹਿੰਦੀ ਮਹਾਰਾਜ ਨਾਮ ਦੀ ਦਾਤ ਬਖਸ਼ੋ, ਨਾਮ ਕਾ ਰੰਗ ਸਾਧ ਕਾ ਸੰਗ ਬਖਸ਼ੋ। ਮੈਂ ਆਪਣੇ ਅੱਖਾਂ ਨਾਲ ਕਈ ਬੰਦਿਆਂ ਨੂੰ ਵੇਖਿਆ ਜਿਹੜੇ ਕਹਿੰਦੇ ਨੇ ਮਹਾਰਾਜ ਨਾਮਦਾਨ ਬਖਸ਼ੋ। ਹੁਣ ਨਾਮਦਾਨ ਦੇ ਮੂੰਹ ਚੋਂ ਬੋਲੇ ਨੇ। ਇੱਕ ਥਾਂ ਤੇ ਇਸ ਤਰ੍ਹਾਂ ਹੁੰਦਾ, ਜਿਨ ਮਨ ਹੋਰ ਮੁਖ ਹੋਰ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ, ਗੱਜ ਕੇ ਬੋਲੋ, ਸੇ ਕਾਂਡੇ ਕੱਚੇ। ਉਹ ਕੱਚੇ ਬੰਦੇ ਨੇ। ਅਸੀਂ ਮੂੰਹ ਨਾਲ ਮੰਗ ਰਹੇ ਹਾਂ ਕੁਛ ਤੇ ਅੰਦਰ ਗੱਲ ਚੱਲ ਰਹੀ ਹੈ ਕੁਛ। ਉਹ ਤੇ ਅੰਤਰਯਾਮੀ ਹੈ ਨਾ। ਮੈਂ ਦੁਨੀਆ ਨੂੰ ਭਾਵੇਂ ਚਲਾ ਲਾਂ ਆਪਣੀ ਚਲਾਕੀਆਂ ਦੇ ਨਾਲ, ਉਹਨੂੰ ਨਹੀਂ ਚਲਾ ਸਕਦਾ ਕਿਉਂਕਿ ਉਹ ਅੰਤਰਯਾਮੀ ਹੈ। ਉਹ ਅੰਤਰਯਾਮੀ ਹੈ। ਅੰਤਰਯਾਮੀ ਦੇ ਅਰਥ ਹੁੰਦੇ ਨੇ ਘਟ ਘਟ ਕੇ, ਗੱਜ ਕੇ ਬੋਲੋ, ਘਟ ਘਟ ਕੇ ਅੰਤਰ ਕੀ ਜਾਣ। ਉਹ ਹਰ ਘਟ ਦੇ ਅੰਦਰ ਦੀਆਂ ਜਾਣਨ ਵਾਲਾ ਹੈਗਾ। ਉਸ ਤੋਂ ਕੁਝ ਲੁਕਿਆ ਨਹੀਂ ਹੈਗਾ ਨਾ। ਮੈਂ ਤੁਹਾਡੇ ਤੋਂ ਲੁਕਾ ਸਕਦਾ ਕਥਾ ਕਰਦੇ ਹਾਂ ਮੇਰੇ ਮਨ ਵਿੱਚ ਕੀ ਚੱਲ ਰਿਹਾ, ਮਗਰ ਮੈਂ ਆਪਣੇ ਮਾਲਕ ਤੋਂ ਕੁਛ ਨਹੀਂ ਲੁਕਾ ਸਕਦਾ। ਕਿਉਂ? ਭਾਈ ਗੁਰਦਾਸ ਜੀ ਦਾ ਇੱਕ ਥਾਂ ਤੇ ਬਚਨ ਆਉਂਦਾ, ਅੰਤਰਜਾਮੀ। ਐ ਮੇਰੇ ਵਾਹਿਗੁਰੂ, ਮੈਨੂੰ ਪਤਾ ਹੈ ਤੂੰ ਅੰਤਰਜਾਮੀ ਹੈ। ਅੰਤਰਜਾਮੀ ਸੁਣ, ਕੰਪਤ ਹੂੰ ਅੰਤਰਗਤ। ਇਹ ਮੇਰੇ ਵਾਹਿਗੁਰੂ, ਮੈਨੂੰ ਜਦੋਂ ਦਾ ਪਤਾ ਚੱਲਿਆ ਤੂੰ ਅੰਤਰਜਾਮੀ, ਤੂੰ ਸਾਰਿਆਂ ਦੀ ਅੰਦਰ ਦੀਆਂ ਜਾਣਦਾ। ਬਾਹਰੋਂ ਪੋਚਾ ਪਾਚਾ ਬਣਾ ਕੇ ਮੈਂ ਕਿਸ ਤਰ੍ਹਾਂ ਦਾ ਵੀ ਮੂੰਹ ਬਣਾ ਕੇ ਦੁਨੀਆ ਨੂੰ ਦਿਖਾ ਰਿਹਾ ਵਾਂ, ਮਗਰ ਤੂੰ ਤੇ ਅੰਦਰ ਦੀਆਂ ਜਾਣਦਾ ਹੈ। ਤੇ ਜਿੱਦਣ ਦਾ ਮੈਂ ਸੁਣਿਆ ਤੂੰ ਅੰਤਰਜਾਮੀ ਹੈਗਾ, ਕੰਪਤ ਹੂੰ ਅੰਤਰਗਤ, ਮੈਂ ਕੰਬਦਾ ਪਿਆ ਕਿ ਹੇ ਮੇਰੇ ਵਾਹਿਗੁਰੂ, ਮੈਂ ਆਪਣੀ ਕਰਤੂਤ ਨੂੰ ਜਗਤ ਤੋਂ ਲੁਕਾ ਸਕਦਾ, ਤੇਰੇ ਤੋਂ ਨਹੀਂ ਲੁਕਾ ਸਕਦਾ, ਤੇਰੇ ਤੋਂ ਨਹੀਂ ਲੁਕਾ ਸਕਦਾ। ਜਿੱਦੇ ਕੋਲੋਂ ਮਰਜ਼ੀ ਮੈਂ ਲੁਕਾ ਲਾਂ। ਮਹਾਰਾਜ ਉਚਾਰਨ ਕਰਦੇ ਨੇ, ਅਸੀਂ ਗੁਰਦੁਆਰੇ ਆਏ 10 ਵਸਤੂ ਸੰਸਾਰ ਦੇ ਜੀਵਨ ਯਾਪਨ ਕਰਨ ਵਾਸਤੇ ਅਸੀਂ ਸਾਰੇ ਪਦਾਰਥ ਮੰਗਦੇ ਪਏ ਹਾਂ। ਰੱਬ ਨਾ ਕਰੇ ਕੋਈ ਇੱਕ ਐਸੀ ਮੰਗ ਹੈ ਕਿ ਜਿਹੜੀ ਨਾ ਪੂਰੀ ਹੋਈ ਹੋਵੇ। ਤੇ ਜਿਹੜੀਆਂ ਪਹਿਲੇ 10 ਮਿਲੀਆਂ ਨੇ ਉਹਨਾਂ ਦਾ ਸ਼ੁਕਰਾਨਾ ਕੋਈ ਨਹੀਂ, ਮਗਰ ਜਿਹੜੀ ਇੱਕ ਨਹੀਂ ਮਿਲੀ ਉਹਦਾ ਉਲਾਮਾ, ਉਹਦਾ ਉਲਾਮਾ। ਇੱਕ ਵੀ ਨਾ ਦੇ ਐ ਮੂਰਖਾ, ਜੇ ਮੇਰਾ ਮਾਲਕ ਇੱਕ ਵੀ ਨਹੀਂ ਦੇਗਾ
ਤੇ ਜਿਹੜੀਆਂ ਪਹਿਲੇ ਦਿੱਤੀਆਂ ਨੇ 10 ਉਹ ਵੀ ਜੇ ਤੇਰੇ ਕੋਲੋਂ ਲੈ ਲਵੇ ਤੂੰ ਕੀ ਕਰ ਲੇਗਾ? ਤੇਰਾ ਕੀ ਬਸਦਾ ਹੈ, ਤੇਰਾ ਕੀ ਜ਼ੋਰ ਹੈ? ਮਹਾਰਾਜ ਉਚਾਰਾਂਗੇ ਜਿਸ ਠਾकुर ਸਿਉ ਨਾਹੀ ਚਾਰਾ ਤਾਕੋ ਕੀਜੇ ਸਦ ਨਮਸਕਾਰਾ। ਐਸੇ ਗੁਰੂ ਨੂੰ ਸਦਾ ਨਮਸਕਾਰ ਹੀ ਕਰਦੇ ਰਹੋ ਜਿੱਦੇ ਅੱਗੇ ਮਨੁੱਖ ਦੀ ਕੋਈ ਪੇਸ਼ ਨਹੀਂ ਚਲਦੀ। ਬਾਰ ਬਾਰ ਨਮਸਕਾਰ ਕਰੋ ਐਸੇ ਗੁਰੂ ਨੂੰ ਜਿਸ ਗੁਰੂ ਦੇ ਚਰਨਾਂ ਦੇ ਵਿੱਚ ਆਪਾਂ ਸਾਰੇ ਆਏ ਹਾਂ। ਇਸ ਦੀਵਾਨ ਦੇ ਵਿੱਚ ਮੈਨੂੰ ਕਈ ਸਾਲਾਂ ਬਾਅਦ ਗੁਰੂ ਨੇ ਕਿਰਪਾ ਕੀਤੀ ਹੈ, ਆਪ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਮਿਲਿਆ। ਆਪ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈਗੀ ਸ਼ਾਮ ਦੇ ਵੀ ਦੀਵਾਨ ਸਜਣੇ ਨੇ, 3 ਦਿਨ ਇਸ ਤਰ੍ਹਾਂ ਸਵੇਰੇ ਸ਼ਾਮ ਦੀਵਾਨ ਸਜਣੇ ਨੇ। ਆਪ ਹੁਮ ਉਮਾ ਕੇ ਸੰਗਤ ਦੇ ਵਿੱਚ ਆਉਣਾ, ਆਪਾਂ ਰਲ ਬੈਠ ਕੇ ਕੇਵਲ ਗੁਰੂ ਦੀ ਕੀਰਤੀ ਗਾਇਨ ਕਰਾਂਗੇ, ਗੁਰੂ ਕੇ ਦੱਸੇ ਹੋਏ ਬਚਨਾਂ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰਾਂਗੇ, ਗੁਰੂ ਕੇ ਬਚਨਾਂ ਨਾਲ ਸਾਜ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਜਿੰਨੇ ਆਪ ਆਏ ਹੈਗੇ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿਫਤ ਦੇ ਵਿੱਚ ਇੱਕ ਬਚਨ ਪੜੋ ਉਪਰੰਤ ਸਮਾਪਤੀ ਹੈ। ਗੁਰਵਡਭਾਗੀ ਪਾਇਆ ਐਸਾ ਗੁਰਵਡਭਾਗੀ ਪਾਇਆ, ਗੁਰਵਡਭਾਗੀ ਪਾਇਆ ਐਸਾ ਗੁਰਵਡਭਾਗੀ ਪਾਇਆ, ਗੁਰਵਡਭਾਗੀ ਪਾਇਆ ਐਸਾ ਗੁਰਵਡਭਾਗੀ ਪਾਇਆ, ਗੁਰਵਡਭਾਗੀ ਪਾਇਆ ਐਸਾ ਗੁਰਵਡਭਾਗੀ ਪਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਆਪ ਸਾਰੀ ਸਾਧ ਸੰਗਤ ਦਾ ਜਿਨ੍ਹਾਂ ਨੇ ਬੜੀ ਇਕਾਗਰਤਾ ਦੇ ਨਾਲ ਬੈਠ ਕੇ ਸਾਹਿਬ ਦੇ ਬਚਨ ਸਰਵਣ ਕੀਤੇ ਨੇ। ਆਪ ਦੇ ਚਰਨਾਂ 'ਚ ਬੇਨਤੀ ਸਮੇਂ ਸਿਰ ਆ ਕੇ ਆਪ ਜੀ ਇਹਨਾਂ ਬਚਨਾਂ ਦਾ ਲਾਭ ਉਠਾਓ। ਆਪ ਜਪੋ ਅਵਰੇ ਨਾਮ ਜਪਾਵੋ, ਹੋਰ ਆਲੇ ਦੁਆਲੇ ਸੰਗਤ ਨੂੰ ਨਾਲ ਲੈ ਕੇ ਆਓ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ क्षमा। ਫਤਿਹ ਬੁਲਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।